ਕਿਸੇ ਨੇ ਨਹੀਂ ਪੁੱਛਿਆ ਵੀ ਜਿਸ ਦਿਨ 25 ਤਰੀਕ ਨੂੰ ਧਰਨਾ ਸੀਗਾ ਸਾਰੇ ਪੰਜਾਬ ਦੇ ਵਿੱਚ ਸਾਰੀਆਂ ਸਟੇजेस ਦੇ ਉੱਤੇ ਕਲਾਕਾਰ ਕਿਵੇਂ ਪਹੁੰਚ ਗਏ। ਕੌਣ ਹੈ ਕਲਾਕਾਰ ਜੀ? ਕੌਣ ਹੈ ਕਲਾਕਾਰ? ਕਲਾਕਾਰ ਸਾਡਾ ਪਾਠ ਹਨ, ਸਾਡਾ ਸੱਭਿਆਚਾਰ ਸੰਭਾਲ ਰਹੇ ਹਨ। ਕੱਲ੍ਹ ਇੱਕ ਮਹੀਨਾ ਪਹਿਲਾਂ ਤਾਂ ਸਾਰੇ ਕਲਾਕਾਰ ਨੂੰ ਗਾਲਾਂ ਕੱਢ ਰਹੇ ਤੁਸੀਂ ਵੀ ਇਹ ਜੀ ਹੋਛੇ ਗਾਣੇ ਗਾਉਂਦੇ ਆ, ਇਹ ਜੀ ਪੰਜਾਬ ਦੇ ਕਲਚਰ ਨੂੰ ਅਸਲੇ ਨਾਲ ਬੰਦੂਕਾਂ ਨਾਲ ਕਬਜ਼ਿਆਂ ਦੇ ਵਿੱਚ ਦਿਖਾ ਰਹੇ। ਅੱਜ ਉਹ ਕਲਾਕਾਰ ਬਹੁਤ ਵਧੀਆ ਹੀਰੋ ਬਣ ਗਏ। ਉਹ ਕਿਸਾਨੀ ਦੱਸਣਗੇ ਸਾਨੂੰ। ਮੈਂ ਨਾਮ ਨਹੀਂ ਲੈਂਦਾ ਸਭ ਦੇ, ਪਰ ਮੈਨੂੰ ਇੱਕ ਵੀ ਦੱਸੋ ਨਾ ਮਾਈਕ ਦੇ ਉੱਤੇ ਆਪਣੇ ਆਪ। ਨੋ ਡਾਊਟ ਉਹ ਇੰਨੇ ਸਾਲਾਂ ਤੋਂ ਸਟੇजेस ਦੇ ਉੱਤੇ ਬੋਲਦੇ ਹਨ, ਉਹਨਾਂ ਨੂੰ ਬੋਲਣਾ ਆਉਂਦਾ ਹੈ। ਹੋ ਸਕਦਾ ਸਾਨੂੰ ਇਹੋ ਜਿਹਾ ਬੋਲਣਾ ਨਹੀਂ ਆਉਂਦਾ, ਪਰ ਅੱਜ ਸਟੇਜ ਦੇ ਉੱਤੇ ਉਹਨਾਂ ਨੂੰ ਕੋਈ ਸਜਾਣਾ, ਵਿੱਚ ਭੀੜ ਦੇ ਵਿੱਚ ਬੈਠਣ, ਆਮ ਬੰਦਾ ਬਣ ਕੇ ਬੈਠਣ, ਕਿਸਾਨ ਬਣਨ, ਹਰ ਕੋਈ ਲੀਡਰ ਬਣ ਗਿਆ। ਉਹਨੂੰ ਇਹ ਲੱਗਦਾ ਹੈ ਵੀ ਜੇ ਮੈਂ ਧਰਨੇ ਜਾ ਕੇ ਮਾਈਕ ਤੇ ਬੋਲੂੰਗਾ ਨਾ, ਮੈਂ ਸੋਚ ਕੀ ਹੈ ਸਭ ਦੀ, ਇੱਕ MLA ਦੀ ਟਿਕਟ ਜਾਂ ਆਪਣੇ ਆਲਾ ਕਮਾਨ ਨੂੰ ਓਬਲਾਈਜ਼ ਕਰਨਾ ਜਾਂ ਮੈਂ ਖੁਸ਼ ਕਰਨਾ। ਮੈਂ ਤਾਂ ਜੀ ਬੋਲਿਆ ਉੱਥੇ, ਮੇਰੇ ਨਾਲ ਤਾਂ ਜੀ ਇੰਨਾ ਮੁੰਡਾ ਤੁਰ ਰਿਹਾ, ਮੇਰੇ ਨਾਲ ਇੰਨਾ ਯੂਥ ਤੁਰ ਰਿਹਾ। ਸਰ ਇੰਨਾ ਯੂਥ ਜਿਹੜਾ ਲੈ ਕੇ ਤੁਰ ਰਹੇ ਹੋ ਤੁਸੀਂ, ਉਹ ਯੂਥ ਨੂੰ ਰਸਤਾ ਦਿਖਾਓ। ਅੱਖਾਂ ਮੀਚ ਕੇ ਅਸੀਂ ਸਾਰੇ ਚੱਲ ਪਏ ਵੀ ਆਰਡੀਨੈਂਸ ਪੰਜਾਬ ਵਿਰੋਧੀ ਹਨ, ਕਿਸਾਨ ਵਿਰੋਧੀ ਹਨ, ਮਜ਼ਦੂਰ ਵਿਰੋਧੀ ਹਨ, ਇਹ 'ਚ ਕੋਈ ਸ਼ੱਕ ਨਹੀਂ ਹੈ। ਪਰ ਜਿਹੜੇ ਬੁਲਾਰੇ ਧਰਨਿਆਂ ਦੇ ਵਿੱਚ ਮਾਈਕ ਫੜ ਰਹੇ ਹਨ ਉੱਪਰ, ਨਾ ਤਾਂ ਉਹ ਕਿਸਾਨ ਨੂੰ ਸਮਝਾ ਸਕਦੇ ਹਨ ਵੀ ਇਹ ਕਿਸਾਨ ਵਿਰੋਧੀ ਕਿਵੇਂ ਹਨ, ਨਾ ਸ਼ਾਇਦ ਉਹ ਕਨਵਿੰਸ ਕਰ ਸਕਦੇ ਹਨ। ਇਹ ਉਹ ਦੌਰ ਨੂੰ ਲੈ ਕੇ ਆ ਰਹੇ ਜਿਹੜਾ ਦੌਰ ਅਸੀਂ ਪੰਜਾਬ ਦਾ 15 ਸਾਲ ਹੰਢਾਇਆ। ਚੱਕ ਦੁਪੱਟੇ ਇਹ ਕਰ ਦਾਂਗੇ, ਉਹ ਨਹੀਂ, ਇਹ ਕੋਈ ਸੋਲੂਸ਼ਨ ਨਹੀਂ ਹੈਗਾ। ਜੇਕਰ ਪਹਿਲਾਂ ਪੰਜਾਬ ਤੇ ਹਮਲਾ ਕਰਦੇ ਉਹ ਤਾਂ ਫਿਰ ਪੰਜਾਬ ਨੇ ਸੰਘਰਸ਼ ਲਈ ਖੜੇ ਹੋ ਜਾਣਾ ਸੀ, ਤਾਂ ਸਾਰਿਆਂ ਨੇ ਸਪੋਰਟ ਕਰ ਦੇਣੀ ਸੀ, ਸਾਰੀ ਸਟੇਟਾਂ ਨੇ, ਤੇ ਫਿਰ ਇਹਨਾਂ ਨੂੰ ਫਿਰ ਇਹਨਾਂ ਦੇ ਮਨਸੂਬੇ ਕਾਮਯਾਬ ਨਹੀਂ ਸੀ ਹੋਣੇ। ਇਹਦਾ ਮਤਲਬ ਇਹਦੇ 'ਚ ਆਪਾਂ ਬਲੇਮ ਕਿਸੇ ਪੋਲੀਟੀਕਲ ਪਾਰਟੀ ਨੂੰ ਨਹੀਂ ਕਰਾਂਗੇ। ਪੋਲੀਟੀਕਲ ਪਾਰਟੀ ਤਾਂ ਇੱਕ ਮੁੱਦੇ ਲੈ ਕੇ ਆਉਂਦੀ ਹੈ, ਪਰ ਜਦੋਂ ਤੁਸੀਂ ਲੈਵਲ ਤੇ ਆ ਜਾਂਦੇ ਹੋ, ਤੁਹਾਨੂੰ ਕੰਟਰੋਲ ਕੌਣ ਕਰ ਰਿਹਾ? ਸਭ ਦੇ ਦਿਮਾਗ 'ਚ ਅਦਾਨੀ, ਅੰਬਾਨੀ, ਇੱਕ ਪੈਟ ਜਿਹੇ ਵਰਡ ਯਾਦ ਕਰ ਲਏ ਸਾਰਿਆਂ ਨੇ। ਅਦਾਨੀ, ਅੰਬਾਨੀ ਤਾਂ ਉਹ ਕਾਰਪੋਰੇਟ ਵਰਲਡ ਦੇ ਸ਼ਾਇਦ ਪੀਨਟ ਵੀ ਨਹੀਂ ਹਨ, ਜਿੱਥੋਂ ਇੰਸਟਰਕਸ਼ਨ ਸਾਰੇ ਵਰਲਡ 'ਚ ਆ ਰਹੀਆਂ। ਫਿਰ ਹੱਦ ਸੋਚ ਟਰੰਪ ਤੇ ਜਾ ਕੇ ਖੜ ਜਾਂਦੀ ਹੈ। ਟਰੰਪ ਵੀ ਇੱਕ ਉਵੇਂ ਦੇ, ਜਿਵੇਂ ਸਾਡਾ ਪ੍ਰਧਾਨ ਮੰਤਰੀ ਆ ਉਵੇਂ ਉਹ ਟਰੰਪ ਹੈ, ਉਹ ਇੱਕ ਨੁਮਾਇੰਦੇ ਹੈ। ਤਿੰਨ ਜਿਹੜੇ ਆਰਡੀਨੈਂਸ ਸਾਡੇ ਹੈ, ਜਿਹੜੇ ਨੂੰ 3 ਬਿੱਲ ਕਹਿਣ ਲੱਗੇ ਹੁਣ, ਕਿਸਾਨ ਵਿਰੋਧੀ ਬਿੱਲ, ਕਾਲਾ ਦੌਰ। ਸਰ ਕਾਲਾ ਦੌਰ ਸਾਡਾ ਅੱਜ ਤੋਂ 40 ਸਾਲ ਪਹਿਲਾਂ ਸ਼ੁਰੂ ਹੋ ਗਿਆ। ਸਤਿ ਸ਼੍ਰੀ ਅਕਾਲ ਦੋਸਤੋ, ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ। ਦੋਸਤੋ, ਕੇਂਦਰ ਸਰਕਾਰ ਨੇ ਜੋ ਖੇਤੀ ਵਿਰੋਧੀ 3 ਆਰਡੀਨੈਂਸ ਪਾਸ ਕੀਤੇ ਸੀ, ਜੋ ਰਾਸ਼ਟਰਪਤੀ ਦੇ ਸਾਈਨਾਂ ਤੋਂ ਬਾਅਦ ਹੁਣ ਕਾਨੂੰਨ ਬਣ ਗਏ ਨੇ, ਉਹਨਾਂ ਨੂੰ ਲੈ ਕੇ ਅਸੀਂ ਆਪਣੇ ਚੈਨਲ ਜਰੀਏ ਤੁਹਾਡੇ ਰੂਬਰੂ ਕਰਵਾ ਰਹੇ ਹਾਂ ਕਿਸਾਨਾਂ ਨੂੰ, ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਤੇ ਆਮ ਕਿਸਾਨਾਂ ਨੂੰ, ਉਹ ਕੀ ਰਾਏ ਰੱਖਦੇ ਨੇ। ਤੇ ਸਿਆਸੀ ਪਾਰਟੀਆਂ ਦੇ ਉਹ ਲੀਡਰ ਵੱਖ-ਵੱਖ ਸਿਆਸੀ ਪਾਰਟੀਆਂ ਜੋ ਕਿਸਾਨਾਂ ਦੇ ਨਾਲ ਖੜਨ ਦੇ ਹੁਣ ਦਾਅਵਾ ਕਰਦੀਆਂ ਨੇ। ਪਹਿਲਾਂ ਭਾਵੇਂ ਹੁਣ ਕਈਆਂ ਦਾ ਕਹਿਣਾ ਸੀ, ਜਿਵੇਂ ਸ਼੍ਰੋਮਣੀ ਅਕਾਲੀ ਦਲ ਹੋ ਗਿਆ, ਕਿ ਹਿੱਤ ਦੇ ਵਿੱਚ ਨੇ, ਹੁਣ ਉਹਨਾਂ ਦਾ ਕਹਿਣਾ ਕਿ ਪੰਜਾਬ ਨੂੰ ਬਰਬਾਦ ਕਰ ਦੇਣਗੇ। ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ, ਉਹ ਕਹਿੰਦੇ ਮੈਂ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰੂੰਗਾ ਇਹਨਾਂ ਆਰਡੀਨੈਂਸਾਂ ਨੂੰ, ਇਹਨਾਂ ਕਾਨੂੰਨਾਂ ਨੂੰ, ਕਿ ਮੈਂ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਰੱਦ ਕਰਵਾ ਦੂੰਗਾ ਇਹਨਾਂ ਨੂੰ। ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਅੱਗੇ ਕੀ ਬਣਦਾ, ਕਿਸਾਨ ਕਿਸ ਪੱਖ ਵੱਲ ਜਾਣਗੇ, ਕਿੱਥੇ ਜਾਣਗੇ। ਕਿਸਾਨ ਜਥੇਬੰਦੀਆਂ ਦਾ ਉਹ ਸਾਥ ਦੇ ਰਹੇ ਨੇ, ਕੁਝ ਸਿਆਸੀ ਪਾਰਟੀਆਂ ਦੇ ਨਾਲ ਨੇ, ਪਰ ਮਨਸ਼ਾ ਸਾਰਿਆਂ ਦੀ ਇੱਕੋ ਹੈ ਕਿ ਇਹ ਜੋ ਕਾਨੂੰਨ ਨੇ, ਜੋ ਆਰਡੀਨੈਂਸ ਤੋਂ ਬਾਅਦ ਕਾਨੂੰਨ ਬਣ ਗਏ ਨੇ, ਇਹ ਰੱਦ ਕੀਤੇ ਜਾਣ। ਦੋਸਤੋ, ਪੰਜਾਬ ਸਮੇਂ ਸਿਰ ਇਹਨਾਂ ਸੰਘਰਸ਼ਾਂ ਤੋਂ ਹੀ ਸ਼ੁਰੂ ਹੁੰਦਾ ਹੈ ਤੇ ਸੰਘਰਸ਼ਾਂ ਦੇ ਪੰਜਾਬ ਖਤਮ ਹੁੰਦਾ ਹੈ। ਜੋ ਪੰਜਾਬ ਦੀ ਹੋਣੀ ਹੈ ਉਹ ਸੰਘਰਸ਼ਾਂ ਦੀ ਹੋਣੀ ਹੈ। ਜੋ ਇਹ ਆਰਡੀਨੈਂਸ ਪਾਸ ਕੀਤੇ ਨੇ, ਹੁਣ ਕਾਨੂੰਨ ਬਣ ਗਏ ਨੇ, ਇਹ ਦਰਅਸਲ ਕੋਈ ਕਿਸਾਨੀ ਦੀ ਲੜਾਈ ਨਹੀਂ, ਇਹ ਲੜਾਈ ਪੰਜਾਬ ਦੀ ਹੋਣੀ ਦੀ ਲੜਾਈ ਹੈ, ਪੰਜਾਬ ਦੀ ਹੋਂਦ ਦੀ ਲੜਾਈ ਹੈ। ਇਹ ਲੜਾਈ ਪੰਜਾਬ ਦੀ ਹੋਂਦ ਨੂੰ ਬਰਕਰਾਰ ਰੱਖਣ ਦੀ ਹੈ, ਕਿਉਂਕਿ ਜੇਕਰ ਕਿਸਾਨੀ ਫੇਲ ਹੋ ਗਈ ਤਾਂ ਹਰ ਕਿਤੇ ਫੇਲ ਹੋ ਜਾਣਗੇ। ਪੰਜਾਬ ਦੀ ਇਕਨੋਮੀ 'ਤੇ ਇੱਕ ਵੱਡਾ ਹਮਲਾ ਇਹ ਆਰਡੀਨੈਂਸ ਸਾਬਤ ਹੋਣਗੇ। ਜਿਵੇਂ ਅਸੀਂ ਤੁਹਾਡੇ ਨਾਲ ਕਿਸਾਨਾਂ ਦੀ ਮੁਲਾਕਾਤ ਕਰਾਉਂਦੇ ਹਾਂ, ਉਹਨਾਂ ਦੇ ਸੰਘਰਸ਼ ਜਾਣਦੇ ਹਾਂ ਕਿ ਉਹਨਾਂ ਦਾ ਕੀ ਪੜਾਅ ਹੋਵੇਗਾ। ਅੱਜ ਵੀ ਅਸੀਂ ਉੱਘੇ ਵਕੀਲ ਸਰਦਾਰ KP ਸਿੰਘ ਨਾਲ, ਐਡਵੋਕੇਟ KP ਸਿੰਘ ਨਾਲ ਤੁਹਾਡੀ ਮੁਲਾਕਾਤ ਕਰਾਉਣਗੇ, ਜੋ ਤੁਹਾਨੂੰ ਇਹਨਾਂ ਆਰਡੀਨੈਂਸਾਂ ਬਾਰੇ ਦੱਸਣਗੇ ਤੇ ਉਹ ਆਪਣਾ ਪਰਸਨਲੀ ਵਿਊ ਰੱਖਦੇ ਨੇ ਇਹਨਾਂ ਆਰਡੀਨੈਂਸਾਂ ਦੇ। ਉਹਨਾਂ ਨਾਲ ਅਸੀਂ ਗੱਲ ਕਰਾਂਗੇ। ਆਓ ਸਵਾਗਤ ਕਰਦੇ ਹਾਂ। ਸਰ, ਤੁਹਾਡਾ ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਸਾਰੇ ਗਲੋਬਲ ਪੰਜਾਬ ਦੇ ਦਰਸ਼ਕਾਂ ਨੂੰ ਵੀ ਮੇਰੀ ਫਤਿਹ ਮਨਜ਼ੂਰ ਕਰਨਾ ਜੀ। ਹਾਂਜੀ ਸਰ, ਜੋ ਇਹ ਆਰਡੀਨੈਂਸ ਲੈ ਕੇ ਆਏ ਸੀ 5 ਜੂਨ ਨੂੰ ਕੇਂਦਰ ਦੀ ਸਰਕਾਰ, ਤੇ ਹੁਣ ਉਹ ਕਾਨੂੰਨ ਬਣ ਗਏ ਨੇ ਰਾਸ਼ਟਰਪਤੀ ਸਾਈਨਾਂ ਤੋਂ ਬਾਅਦ, ਤੁਸੀਂ ਇਹਨਾਂ ਨੂੰ ਕਿਵੇਂ ਦੇਖਦੇ ਹੋ? ਸਰ, ਜੇ ਆਪਾਂ ਇਹਨਾਂ ਦੀ ਆਰਡੀਨੈਂਸ ਦੀ ਗੱਲ ਕਰਦੇ ਹਾਂ, ਮੈਨੂੰ ਸਭ ਤੋਂ ਪਹਿਲਾਂ ਮੈਂ ਪੰਜਾਬ ਦੇ ਕਿਸਾਨਾਂ ਨਾਲ ਇੱਕ ਗੱਲ ਕਰਨੀ ਚਾਹੂੰਗਾ। ਅੱਖਾਂ ਮੀਚ ਕੇ ਅਸੀਂ ਸਾਰੇ ਚੱਲ ਪਏ ਵੀ ਆਰਡੀਨੈਂਸ ਪੰਜਾਬ ਵਿਰੋਧੀ ਹਨ, ਕਿਸਾਨ ਵਿਰੋਧੀ ਹਨ, ਮਜ਼ਦੂਰ ਵਿਰੋਧੀ ਹਨ, ਇਹ 'ਚ ਕੋਈ ਸ਼ੱਕ ਨਹੀਂ ਹੈ।
ਪਰ ਕਿਵੇਂ ਵਿਰੋਧੀ ਹਨ ਇਹਦੀ ਐਕਸਪਲੇਨੇਸ਼ਨ ਜ਼ਰੂਰੀ ਹੈ। ਹੁਣ ਅਸੀਂ ਦੇਖ ਰਹੇ ਹਾਂ ਧਰਨਿਆਂ ਦੇ ਵਿੱਚ, ਤੁਸੀਂ ਸਾਰੇ ਧਰਨੇ ਕਵਰ ਕਰ ਰਹੇ ਹੋ, ਅਸੀਂ ਵੀ ਧਰਨਿਆਂ ਦੇ ਵਿੱਚ ਜਾ ਰਹੇ ਹਾਂ, ਪਰ ਜਿਹੜੇ ਬੁਲਾਰੇ ਧਰਨਿਆਂ ਦੇ ਵਿੱਚ ਮਾਈਕ ਫੜ ਰਹੇ ਹਨ ਉੱਪਰ, ਨਾ ਤਾਂ ਉਹ ਕਿਸਾਨ ਨੂੰ ਸਮਝਾ ਸਕਦੇ ਹਨ ਵੀ ਇਹ ਕਿਸਾਨ ਵਿਰੋਧੀ ਕਿਵੇਂ ਹਨ, ਨਾ ਸ਼ਾਇਦ ਉਹ ਕਨਵਿੰਸ ਕਰ ਸਕ ਰਹੇ ਹਨ। ਇਹ ਉਹ ਦੌਰ ਨੂੰ ਲੈ ਕੇ ਆ ਰਹੇ ਹਨ ਜਿਹੜਾ ਦੌਰ ਅਸੀਂ ਪੰਜਾਬ ਦਾ 15 ਸਾਲ ਹੰਢਾਇਆ। ਚੱਕ ਦੋ ਫੱਟੇ, ਇਹ ਕਰ ਦਾਂਗੇ, ਉਹ ਨਹੀਂ, ਇਹ ਕੋਈ ਸੋਲੂਸ਼ਨ ਨਹੀਂ ਹੈਗਾ। ਕਿਸਾਨ ਇੱਕ ਸੂਝਵਾਨ ਸੈਕਟ ਹੈ। ਇਹ ਮੁਲਕ ਜਦੋਂ ਅਸੀਂ ਛੋਟੇ ਹੁੰਦੇ ਪਹਿਲੀ ਕਿਤਾਬ ਪੜ੍ਹਦੇ ਹਾਂ ਉਹਦੇ ਵਿੱਚ ਲਿਖਿਆ ਜਾਂਦਾ ਹੈ ਭਾਰਤ ਖੇਤੀ ਪ੍ਰਧਾਨ ਦੇਸ਼ ਹੈ, ਪਰ ਖੇਤੀ ਪ੍ਰਧਾਨ ਦੇਸ਼ ਸਾਡਾ ਭਾਰਤ ਉਹ ਹੈ ਕਿੱਥੇ? ਸਾਡੇ ਸਾਰੇ ਮੰਤਰੀ, ਸਾਰੇ ਮੋਸਟਲੀ 80% ਪਲੱਸ ਸਾਡੇ ਪ੍ਰਧਾਨ ਮੰਤਰੀ, ਮੁੱਖ ਮੰਤਰੀ, MPs, MLAs ਸਭ ਦੀ ਹੋਂਦ ਕਿਸਾਨੀ ਹੈ। ਪਰ ਕਿਸਾਨ ਤੇ ਹੀ ਸਭ ਤੋਂ ਵੱਡਾ ਸੱਟ ਹਮੇਸ਼ਾ ਕਿਸਾਨ ਦੇ ਕਿਉਂ ਮਾਰੀ ਜਾ ਰਹੀ ਹੈ? ਆਪਾਂ ਸਾਰੇ ਜਨਾਂ ਦਾ ਧਿਆਨ, ਮੈਨੂੰ ਕੀ ਲੱਗਦਾ ਹੈ ਬਈ ਆਹ ਜਿਹੜਾ ਸਾਡੇ ਜਿਹੜੇ ਆਰਡੀਨੈਂਸ ਤੋਂ ਹੁਣ ਬਿੱਲ ਬਣ ਗਏ ਤਿੰਨੋਂ, ਕੀ ਇਹ ਜੇ ਸਾਰੇ ਸਰਕਾਰ ਵਾਪਸ ਲੈ ਲੇ, ਕੀ ਇਹ ਸੋਲੂਸ਼ਨ ਹੈਗਾ ਕਿਸਾਨ ਦਾ? ਕੀ ਕਿਸਾਨ ਦਾ ਸੋਲੂਸ਼ਨ ਇਹ ਕਿਸਾਨ ਦੀ ਕਿਸਾਨੀਆਂ 3 ਬਿੱਲਾਂ ਨਾਲ ਖਰਾਬ ਹੋ ਰਹੀ ਹੈ? ਅਸੀਂ 1950 ਤੋਂ ਕਾਊਂਟ ਕਰਦੇ ਹਾਂ, 1950 ਤੋਂ ਆਪਾਂ ਲੈਂਦੇ ਹਾਂ ਕਿਸਾਨ ਨੂੰ। ਕਿਸਾਨ ਹਰ ਦਸ਼ਕ ਬਾਅਦ ਉਹਦਾ ਲੈਵਲ ਨੀਚੇ ਆਉਂਦਾ ਜਾ ਰਿਹਾ। ਫਿਰ ਇਹਨਾਂ ਨੇ ਕਾਰਪੋਰੇਟ ਵਰਲਡ ਨੇ ਜਾਂ ਉਸ ਸਰਕਾਰਾਂ ਨੇ ਕਿਉਂ ਅਲਾਓ ਕੀਤਾ ਸੀਗਾ ਯੂਰੀਆ, ਕਿਉਂ ਅਲਾਓ ਕੀਤਾ ਸੀਗਾ ਪੈਸਟੀਸਾਈਡ, ਉਸ ਲੈਵਲ ਦਾ ਜਿਹਨੂੰ ਸਟੀਰੋਇਡ ਕਹਿੰਦੇ ਹਿਊਮਨ ਬੋਡੀ ਲਈ, ਉਵੇਂ ਆਪਾਂ ਖੇਤਾਂ ਲਈ ਉਹ ਵਰਡ ਸਟੀਰੋਇਡ ਯੂਜ਼ ਕਰਦੇ ਹਾਂ। ਕਿਉਂ ਦਿੱਤਾ ਉਹਨਾਂ ਨੇ ਸਾਨੂੰ? ਪੈਦਾਵਾਰ ਜ਼ਿਆਦਾ ਕਿਉਂ ਕਰਵਾਈ ਸਾਡੇ ਤੋਂ? ਜਿੰਨੀ ਮਿੱਟੀ ਦੀ ਜਾਨ ਸੀ ਉਨੀ ਪੈਦਾਵਾਰ ਅਸੀਂ ਕਿਉਂ ਨਹੀਂ ਲਈ? ਇਹਦਾ ਮਤਲਬ ਇਹ ਜਿਹੜੀ ਪਲੈਨਿੰਗ ਹੈ ਕਾਰਪੋਰੇਟ ਵਰਲਡ ਦੀ, ਜਾਂ ਜਿਹੜੇ ਸਿਸਟਮ ਨੂੰ ਆਪਣੇ ਕੰਟਰੋਲ 'ਚ ਕਰਨਾ ਚਾਹ ਰਹੇ ਸਾਰੀ ਦੁਨੀਆ ਦਾ, ਉਹਨਾਂ ਦੀ ਪਲੈਨਿੰਗ ਬਹੁਤ ਪਹਿਲਾਂ ਬਣ ਗਈ ਸੀ। ਉਹਦੇ 'ਚ ਹੌਲੀ ਹੌਲੀ ਫਿਰ ਸੱਟਾਂ ਲੱਗਦੀਆਂ ਗਈਆਂ। ਜਿਵੇਂ ਸਾਰੇ ਅੱਜ ਕੱਲ੍ਹ ਸਭ ਨੂੰ ਪਤਾ ਚੱਲਿਆ 2006 ਦੇ ਵਿੱਚ ਬਿਹਾਰ ਦੇ ਵਿੱਚ ਹੋਇਆ ਸੀ, ਹੋਰ ਸਟੇਟਸ ਦੇ ਵਿੱਚ ਹੋਇਆ। ਕਿਤੇ ਕਿਸੇ ਨੇ ਸੋਚਣ ਦੀ ਕੋਸ਼ਿਸ਼ ਕੀਤੀ ਹੈ ਬਈ ਅਖੀਰ 'ਚ ਪੰਜਾਬ ਕਿਉਂ ਆਇਆ? ਉਹ ਇਸ ਕਰਕੇ ਆਇਆ ਜੇ ਪਹਿਲਾਂ ਪੰਜਾਬ 'ਚ ਆਉਂਦਾ ਸ਼ਾਇਦ ਪੂਰੇ ਮੁਲਕ 'ਚ ਲਾਗੂ ਨਹੀਂ ਹੋ ਸਕਣਾ ਸੀ। ਜੇਕਰ ਪਹਿਲਾਂ ਫਿਰ ਉਹ ਇਹ ਇਸ ਗੱਲ ਤੇ ਵੀ ਤੁਹਾਡੀ ਜੇ ਪੁਆਇੰਟ ਹੈ, ਜੇਕਰ ਪਹਿਲਾਂ ਪੰਜਾਬ ਤੇ ਹਮਲਾ ਕਰਦੇ ਉਹ ਤਾਂ ਫਿਰ ਪੰਜਾਬ ਨੇ ਸੰਘਰਸ਼ ਲਈ ਖੜੇ ਹੋ ਜਾਣਾ ਸੀ, ਤਾਂ ਸਾਰਿਆਂ ਨੇ ਸਪੋਰਟ ਕਰ ਦੇਣੀ ਸੀ, ਸਾਰੀ ਸਟੇਟਾਂ ਨੇ, ਤੇ ਫਿਰ ਇਹਨਾਂ ਨੂੰ ਫਿਰ ਇਹਨਾਂ ਦੇ ਮਨਸੂਬੇ ਕਾਮਯਾਬ ਨਹੀਂ ਸੀ ਹੋਣੇ। ਬਿਲਕੁਲ। ਇਹਦਾ ਮਤਲਬ ਇਹਦੇ 'ਚ ਆਪਾਂ ਬਲੇਮ ਕਿਸੇ ਪੋਲੀਟੀਕਲ ਪਾਰਟੀ ਨੂੰ ਨਹੀਂ ਕਰਾਂਗੇ। ਪੋਲੀਟੀਕਲ ਪਾਰਟੀ ਤਾਂ ਇੱਕ ਮੁੱਦੇ ਲੈ ਕੇ ਆਉਂਦੀ ਹੈ, ਪਰ ਜਦੋਂ ਤੁਸੀਂ ਲੈਵਲ ਤੇ ਆ ਜਾਂਦੇ ਹੋ ਤੁਹਾਨੂੰ ਕੰਟਰੋਲ ਕੌਣ ਕਰ ਰਿਹਾ? ਸਭ ਦੇ ਦਿਮਾਗ 'ਚ ਅਦਾਨੀ, ਅਬਾਨੀ, ਇੱਕ ਪੈਟ ਜਿਹੇ ਵਰਡ ਯਾਦ ਕਰ ਲਏ ਸਾਰਿਆਂ ਨੇ। ਅਦਾਨੀ, ਅਬਾਨੀ ਤਾਂ ਉਹ ਕਾਰਪੋਰੇਟ ਵਰਲਡ ਦੇ ਸ਼ਾਇਦ ਪੀਨਟ ਵੀ ਨਹੀਂ ਹਨ ਜਿੱਥੋਂ ਇੰਸਟਰਕਸ਼ਨ ਸਾਰੇ ਵਰਲਡ 'ਚ ਆ ਰਹੀਆਂ। ਫਿਰ ਹੱਦ ਸੋਚ ਟਰੰਪ ਤੇ ਜਾ ਕੇ ਖੜ ਜਾਂਦੀ ਹੈ। ਟਰੰਪ ਵੀ ਇੱਕ ਉਵੇਂ ਦੇ, ਜਿਵੇਂ ਸਾਡਾ ਪ੍ਰਧਾਨ ਮੰਤਰੀ ਆ ਉਵੇਂ ਉਹ ਟਰੰਪ ਹੈ, ਉਹ ਇੱਕ ਨੁਮਾਇੰਦੇ ਹੈ। ਠੀਕ ਹੈ। ਆਪਾਂ ਹੁਣ ਇਹ ਪੰਜਾਬ, ਆਪਾਂ ਜਿਹੜੀ ਗੱਲ ਕਰ ਰਹੇ ਸੀ, ਇਹ ਪੰਜਾਬ ਦੇ ਉੱਤੇ ਲਾਸਟ 'ਚ ਕਿਉਂ ਆਇਆ ਗਿਆ? ਪੰਜਾਬ ਹਰਿਆਣਾ ਕਿਉਂ ਲਾਸਟ 'ਚ ਆਇਆ? ਵੀ ਜਿੰਨਾ ਕੁ ਜ਼ੋਰ ਲੱਗਣਾ ਸੀ ਸਾਰੇ ਇੰਡੀਆ ਦਾ ਲੱਗ ਗਿਆ। ਹੁਣ ਸਾਡਾ ਪੰਜਾਬ ਕਿੰਨਾ ਕੁ ਜ਼ੋਰ ਲਾਊਗਾ, ਹੋਰ ਕਿੰਨੀ ਕੁ ਦੇਰ ਲਗਾਊਗਾ? ਅੱਜ ਹੁਣੀ ਥੋੜ੍ਹੇ ਦਿਨ ਨੂੰ ਆਬਾਦੀ ਸ਼ੁਰੂ ਹੋ ਗਈ, ਹੁਣੀ ਥੋੜ੍ਹੇ ਦਿਨ ਨੂੰ ਅਸੀਂ ਕਣਕ ਲਾਉਣੀ ਸ਼ੁਰੂ ਕਰ ਦੇਣੀ, ਅਸੀਂ ਬਿਜ਼ੀ ਹੋ ਜਾਵਾਂਗੇ। ਹੌਲੀ ਹੌਲੀ ਕੀ ਹੋਣਾ ਧਰਨਿਆਂ ਦਾ? ਇਹ ਧਰਨੇ ਤਿੰਨ ਜਿਹੜੇ ਆਰਡੀਨੈਂਸ ਸਾਡੇ ਹੈ, ਜਿਹੜੇ ਉਹਨੂੰ 3 ਬਿੱਲ ਕਹਿਣ ਲੱਗੇ, ਹੁਣ ਕਿਸਾਨ ਵਿਰੋਧੀ ਬਿੱਲ, ਕਾਲਾ ਦੌਰ, ਕਾਲਾ ਦੌਰ। ਸਰ ਕਾਲਾ ਦੌਰ ਸਾਡਾ ਅੱਜ ਤੋਂ 40 ਸਾਲ ਪਹਿਲਾਂ ਸ਼ੁਰੂ ਹੋ ਗਿਆ ਸੀ, ਜਿਹਨੂੰ ਅਸੀਂ ਗ੍ਰੀਨ ਰੈਵੋਲੂਸ਼ਨ ਦਾ ਨਾਮ ਦਿੱਤਾ। ਸਵਾਮੀਨਾਥਨ ਰਿਪੋਰਟ, ਉਹਨੂੰ ਅਸੀਂ ਕਹਿਤਾ ਵੀ ਇਹੀ ਸ਼ਾਇਦ ਰੱਬ ਹੈ। ਸਰਕਾਰਾਂ ਕਹਿ ਰਹੀਆਂ ਰਿਪੋਰਟ, ਸਵਾਮੀਨਾਥਨ ਰਿਪੋਰਟ ਕਿਹਨੇ ਤਿਆਰ ਕਰਾਈ ਸੀ? ਗਵਰਨਮੈਂਟ ਨੇ ਤਿਆਰ ਕਰਾਈ ਸੀ ਨਾ, ਜਿਹੜੀ ਮਰਜ਼ੀ ਗਵਰਨਮੈਂਟ ਹੋਵੇ। ਠੀਕ ਹੈ ਜੀ। ਫਿਰ ਉਹਦੇ ਤਿਆਰ ਕਰਨ ਦਾ ਫਾਇਦਾ ਕੀ ਸੀਗਾ ਜਦੋਂ ਅਸੀਂ ਲਾਗੂ ਨਹੀਂ ਕਰਨੀ? ਪਰ ਜੇ ਉਹ ਲਾਗੂ ਹੁੰਦੀ ਹੈ, ਕਾਰਪੋਰੇਟ ਵਰਲਡ ਕਿਵੇਂ ਹਜਮ ਕਰ ਲੂਗਾ ਵੀ ਕਿਸਾਨ ਅਮੀਰ ਹੋ ਗਿਆ? ਮੇਰੀ ਗੰਨੇ ਦੀ ਟਰਾਲੀ ਤੀਜੇ ਦਿਨ ਪੇਮੈਂਟ ਹੁੰਦੀ ਹੈ, 4 ਦਿਨ ਬਾਅਦ ਹੁੰਦੀ ਹੈ। ਕਈ ਤੁਹਾਨੂੰ ਮੈਂ ਦਿਖਾ ਦਿੰਦਾ ਜਿਨ੍ਹਾਂ ਨੂੰ 1.5 ਸਾਲ ਹੋ ਗਏ ਪੇਮੈਂਟ ਨਹੀਂ ਹੋਈ। ਕਾਰਪੋਰੇਟ ਵਰਲਡ ਦਾ ਕੰਟਰੋਲ ਖਤਮ ਹੋ ਜਾਊਗਾ। ਕਿਉਂ ਕਾਰਪੋਰੇਟ ਵਰਲਡ ਨੂੰ, ਇੰਡਸਟਰੀਲਿਸਟ ਨੂੰ ਕਿਉਂ ਪ੍ਰਮੋਟ ਕੀਤਾ ਜਾ ਰਿਹਾ? ਕਰਜ਼ਾ ਉਹ ਲੈਂਦਾ ਹੈ, ਅਸੀਂ ਕਰਜ਼ਾ ਮਾਫ ਕਰ ਦਿੰਦੇ ਹਾਂ ਕਿਉਂਕਿ ਜੀ ਇਹ ਜੌਬਸ ਬਹੁਤ ਦੇ ਰਿਹਾ। ਕਿਸਾਨ ਜੌਬ ਨਹੀਂ ਦੇ ਰਿਹਾ। ਐਵਰੇਜ ਕੱਢ ਲਓ ਨਾ, ਸਾਰੇ ਡਾਟਾ ਕੱਢੋ, ਸਾਰੇ ਇੰਡੀਆ ਦਾ ਕਿਸਾਨ ਕੱਢੋ ਤੇ ਦੇਖੋ ਕਿੰਨੇ ਕੁ ਬੰਦਿਆਂ ਨੂੰ ਜੌਬ ਦਿੱਤੀ ਹੋਈ ਹੈ। ਠੀਕ ਹੈ ਜੀ।
ਪਰ ਅਸੀਂ ਕਿਸਾਨ ਨੂੰ ਕਿੱਥੇ ਭੁੱਲ ਗਏ। ਅਸੀਂ ਹਰ ਕੋਈ ਇੰਡਸਟਰੀਅਲਿਸਟ ਨੇ ਆ ਕੀਤਾ, ਉਹਨੂੰ ਇਨਸੈਂਟਿਵ ਦੇ ਦਿਓ। ਇਨਸੈਂਟਿਵ ਵਰਡ ਕਿਹਦੇ ਲਈ ਹੈ? ਕਾਰਪੋਰੇਟ ਵਰਡ ਲਈ ਨਹੀਂ ਹੈ। ਇਨਸੈਂਟਿਵ ਵਰਡ ਹੈਗਾ ਤੁਹਾਡਾ ਜੇ ਦੇਣਾ ਹੈ ਕਿਸਾਨਾਂ ਲਈ। ਉਪਜ ਅਸੀਂ ਕਰ ਰਹੇ ਹਾਂ, ਸਾਰੇ ਮੁਲਕ ਨੂੰ ਰੋਟੀ ਅਸੀਂ ਦੇ ਰਹੇ ਹਾਂ, ਤੇ ਸਾਨੂੰ ਕਰਜ਼ਾ ਦੇ ਰਹੇ ਹਾਂ। ਅਸੀਂ ਕਿਉਂ ਕਰਜ਼ਾ ਲਈਏ? ਕਰਜ਼ਾ ਕਿਸਾਨ ਇੱਕ ਨਵੀਂ ਪਿੱਛੇ ਜੇ ਇੱਕ ਇਹਨਾਂ ਨੇ ਕਹਾਣੀ ਤਿਆਰ ਕੀਤੀ ਸੀ ਵੀ ਕਿਸਾਨ ਆਪਣੇ ਪਰਸਨਲ ਸ਼ੌਂਕ ਲਈ, ਖਰਚਿਆਂ ਲਈ ਕਰਜ਼ੇ ਲੈ ਰਿਹਾ। ਸਰ ਮੈਂ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੁੰਦਾ। ਮੇਰੇ ਬੱਚੇ ਦੀ ਫੀਸ ਵੀ ਮੈਂ ਉਹ ਮਿੱਟੀ 'ਚ ਮਿੱਟੀ ਹੋ ਕੇ ਧੁੱਪਾਂ ਦੇ ਵਿੱਚ ਮੈਂ ਸਭ ਕੁਝ ਤਿਆਰ ਮੈਂ ਉੱਥੋਂ ਕਰਨਾ, ਠੀਕ ਹੈ। ਪਰ ਜਦੋਂ ਮਤਲਬ ਬੈਂਕਾਂ ਦਾ ਜਦੋਂ ਆ ਕੇ ਮੇਰੇ ਬਿੱਲ ਮਾਰਨੀ ਹੈ ਜਾਂ ਕੁਝ, ਉਹ ਸਾਰਾ ਕੁਝ ਸ਼ਰਮਿੰਦਗੀਆਂ ਹਰ ਕਾਰਨ ਨੂੰ ਮੈਂ ਸਾਹਾਂ। ਉਹ ਕਾਰਪੋਰੇਟ ਵਰਲਡ ਜਿਹੜਾ ਕੁਝ ਨਹੀਂ ਕਰ, ਟੈਕਸ ਵੀ ਬਚਾ ਰਿਹਾ, ਸਭ ਕੁਝ ਬਚਾ ਰਿਹਾ, 2 ਨੰਬਰ ਦੇ ਵੀ ਕੰਮ ਕਰ ਰਿਹਾ। ਮੈਂ ਨਹੀਂ ਕਿ ਸਾਰਾ ਕਾਰਪੋਰੇਟ ਵਰਲਡ 2 ਨੰਬਰ ਦੇ ਕੰਮ, ਨਾ ਮੈਂ ਉਹ ਨਹੀਂ ਗੱਲ ਕਰ ਰਿਹਾ, ਪਰ ਕਿਤੇ ਨਾ ਕਿਤੇ ਉਹਨਾਂ ਦਾ ਇਨੀਸ਼ੀਏਟਿਵ ਹੈ। ਇਹ ਪੈਸਟੀਸਾਈਡਸ, ਇਹ ਸੁਸਾਈਡ ਜਿਹੜੇ ਹੋਏ ਆ ਸਾਡੇ, ਉਹਦੇ 'ਚ ਕਿਤੇ ਨਾ ਕਿਤੇ ਉਹਨਾਂ ਦਾ ਹੱਥ ਹੈ, ਪਰ ਅਸੀਂ ਨਹੀਂ ਦੇਖ ਰਹੇ। ਸਾਡਾ ਧਿਆਨ ਅੱਜ ਵੀ ਮੈਂ ਕਹਿ ਰਿਹਾ, ਇਹ ਜਿਹੜੇ 3 ਬਿੱਲ ਆਏ ਆ, ਸਾਡਾ ਸਿਰਫ ਧਿਆਨ ਡਾਇਵਰਟ ਕੀਤਾ ਜਾ ਰਿਹਾ ਹੈ। ਕਿਸ ਤੋਂ? ਮੈਂ ਕਿਸਾਨਾਂ ਨੂੰ ਵੀ ਪੁੱਛ ਕੇ ਦੇਖਿਆ ਵੀ ਜੇ ਆਪਾਂ ਆਹ ਤਿੰਨੋਂ ਬਿੱਲ ਵਾਪਸ ਹੋ ਜਾਂਦੇ ਆ, ਕੀ ਇਹ ਸੋਲੂਸ਼ਨ ਹੈ? ਕਿਸਾਨੀ ਫਿਰ ਖੁਸ਼ ਹੋ ਜਾਊਗੀ, ਅਸੀਂ ਆਰਾਮ ਨਾਲ ਜੀਵਾਂਗੇ, ਸਾਨੂੰ ਰਾਤਾਂ ਦੀਆਂ ਨੀਂਦਾਂ ਆਉਣ ਲੱਗ ਜਾਣਗੀਆਂ। ਜੇ ਤਿੰਨੋਂ ਬਿੱਲ ਗਵਰਨਮੈਂਟ ਆਫ ਇੰਡੀਆ ਵਿਡਰਾਅ ਕਰਦੀ ਹੈ ਜਾਂ ਇਹਦੇ 'ਚ ਕੋਈ ਵੀ ਅਮੈਂਡਮੈਂਟਸ ਕਰਦੀ ਹੈ, ਕਿ ਸਾਡਾ ਸੋਲੂਸ਼ਨ MSP, ਕੰਟਰੈਕਟ ਦੇ ਉੱਤੇ ਕੋਰਟ ਦੇ ਵਿੱਚ ਜਾਣ ਦੀ ਪ੍ਰੋਵੀਜ਼ਨ, ਇਨ ਅਬੰਡੈਂਸ ਆਪਣੇ ਕੋਲ ਸਟੋਰ ਕਰਨ ਦੀ ਪ੍ਰੋਵੀਜ਼ਨ, ਇਹ ਸਭ ਕੁਝ ਵਾਪਸ ਹੋ ਜਾਂਦਾ ਹੈ। ਕੀ ਇਹ ਸੋਲੂਸ਼ਨ ਹੈ? ਇਹਦਾ ਸੋਲੂਸ਼ਨ ਹੈ ਹੀ ਨਹੀਂ ਹੈ। ਮੈਂ ਹੁਣ ਮੇਰੇ ਕੋਲ ਜਾਂ ਮੈਂ ਕਿਸੇ ਵੀ ਕਾਰਪੋਰੇਟ ਵਰਡ ਨਾਲ NRIs ਨਾਲ ਰਲ ਕੇ ਮੈਂ ਸਾਰੇ ਪਟਿਆਲੇ ਜ਼ਿਲ੍ਹੇ ਦੀ ਕਣਕ ਸਟੋਰ ਕਰ ਲੈਂਦਾ, ਮੁੜ ਕੇ ਮੈਂ ਆਪਣੀ ਰੇਟ 'ਤੇ ਵੇਚਦਾ। ਕਿਸਾਨ ਨੂੰ ਤਾਂ ਕੀ ਫਾਇਦਾ ਜੀ? ਕੋਈ ਫਾਇਦਾ ਨਹੀਂ ਹੈ। ਜਾਂ ਕਿਸਾਨ ਹੀ ਕਰ ਲੈਂਦਾ। ਸਾਰੇ ਦੇ ਸੋਲੂਸ਼ਨ ਜਿਹੜੇ ਹੈਗੇ, ਸਭ ਤੋਂ ਪਹਿਲਾਂ ਸਰਕਾਰਾਂ ਨੂੰ, ਜਿਹੜੇ ਵੀ ਸਾਡੇ ਨੁਮਾਇੰਦੇ ਆ, ਜਿਹੜੀਆਂ ਜਥੇਬੰਦੀਆਂ 31 ਦੇ ਕਰੀਬ ਜਥੇਬੰਦੀਆਂ ਪੰਜਾਬ ਦੇ ਵਿੱਚ, ਕਿਸਾਨ ਜਥੇਬੰਦੀਆਂ, ਸਰ ਮੈਨੂੰ ਤਾਂ ਅੱਜ ਤੱਕ ਇਹ ਨਹੀਂ ਸਮਝ ਆਇਆ ਉਹ ਜਥੇਬੰਦੀਆਂ ਦਾ 1950 ਤੋਂ ਲੈ ਕੇ 2020 ਤੱਕ ਆ ਬਿੱਲਾਂ ਤੱਕ ਮੈਨੂੰ ਦੇਣ ਦੱਸੋ ਇਹਨਾਂ ਦੀ ਕੀ ਹੈ? ਦੇਣ ਹੈ ਸਿਰਫ ਵੋਟ, ਦੇਣ ਹੈ ਸਿਰਫ ਜਿਹੜੀ ਸਰਕਾਰ ਆ ਜੂਗੀ ਮੈਂ ਉਹਦੇ ਵਿੱਚ ਪੋਜੀਸ਼ਨ ਲੈਣੀ ਹੈ, ਆੜ੍ਹਤੀਆਂ ਨੂੰ ਧਮਕਾਉਣਾ ਹੈ। ਅੱਜ ਉਹ ਆੜ੍ਹਤੀਆਂ ਨੂੰ ਚੰਗੇ ਲੱਗ ਰਹੇ ਹੈ ਜਿਨ੍ਹਾਂ ਦੇ ਲਈ ਜਥੇਬੰਦੀਆਂ ਬਣਾ ਰਹੇ ਸੀ, ਅੱਜ ਉਹ ਆੜ੍ਹਤੀ ਚੰਗੇ ਹੋ ਗਏ। ਬਲੇਮ ਜਿਹੜਾ ਵੀ ਮਾਈਕ ਤੇ ਖੜਦਾ ਹੈ, ਉਹ ਜਿਵੇਂ ਮੈਨੂੰ ਪਰਸੋਂ ਉੱਥੇ ਮੈਂ ਪੜ੍ਹ ਰਿਹਾ ਸੀਗਾ, ਮੈਂ ਕਿਉਂਕਿ ਕਿਸੇ ਪੋਲੀਟੀਕਲ ਪਾਰਟੀ ਨਾਲ ਨਹੀਂ ਸੰਬੰਧਿਤ, ਤਾਂ ਮੈਂ ਦੇਖ ਰਿਹਾ ਸੀ ਇੱਕ ਪਾਰਟੀ ਹੈ ਲੱਖੋਵਾਲ, ਕਿਸਾਨ ਜਥੇਬੰਦੀ ਹੈ ਲੱਖੋਵਾਲ, ਉਹਨੂੰ ਕਹਿੰਦੇ ਸੀ ਕੱਢਤਾ, 30 ਜਥੇਬੰਦੀਆਂ ਕਹਿੰਦੀਆਂ, 30 ਜਥੇਬੰਦੀਆਂ ਨੇ ਜੀ ਉਹਨੂੰ ਛੇਕਤਾ। ਕਿਉਂ ਜੀ? ਕਹਿੰਦੇ ਜੀ ਇਹਨਾਂ ਨੇ ਜਿਹੜੀ ਕਮਿਟਮੈਂਟ ਕੀਤੀ ਸੀ, ਬਾਹਰ ਜਾ ਕੇ ਇਹਨਾਂ ਨੇ ਸਟੇਟਮੈਂਟ ਕੋਈ ਹੋਰ ਦੇਤੀ। ਸਰ ਹਰੇਕ ਜਥੇਬੰਦੀ ਦਾ ਦੱਸੋ, ਰਿਕਾਰਡ ਕਢਾਓ ਪਹਿਲਾਂ, ਕਿੱਥੇ ਕਿੱਥੇ ਇਹਨਾਂ ਨੇ ਆਪਣੇ ਆਪ ਨੂੰ ਕਿਸਾਨਾਂ ਅੱਗੇ। ਕਿ ਵੀ ਲੱਖੋਵਾਲ ਨੇ 31 ਜਥੇਬੰਦੀਆਂ ਦਾ ਅਲਾਈਅੰਸ ਹੋਇਆ ਸੀ ਕਿ ਜਮੇਰ ਸਿੰਘ ਲੱਖੋਵਾਲ ਨੇ ਸਾਨੂੰ ਪੁੱਛੇ ਤੋਂ ਬਿਨਾਂ ਸੁਪਰੀਮ ਕੋਰਟ ਦੇ ਵਿੱਚ ਰਿਟ ਦਾਖਲ ਕਰਤੀ, ਇਸ ਲਈ ਫਿਰ ਉਹਨਾਂ ਦਾ ਜਮੇਰ ਸਿੰਘ ਲੱਖੋਵਾਲ ਨਾਲ ਅਲਾਈਅੰਸ ਟੁੱਟ ਗਿਆ। ਸਰ ਮੈਂ ਉਹੀ ਗੱਲ ਕਰ ਰਿਹਾ ਨਾ, ਇਸ ਵੇਲੇ ਲੜਾਈ 31 ਜਥੇਬੰਦੀ ਦੀ ਆਪਸ 'ਚ ਹੈ ਕਿ ਕਿਸਾਨਾਂ ਨੇ ਸਰਕਾਰ ਨਾਲ ਲੜਨੀ ਹੈ। ਕੀ ਲੱਖੋਵਾਲ ਦੇ ਨਾਲ ਜਿਹੜਾ ਉਹਦਾ ਜਥੇਬੰਦੀ ਦੇ ਵਿੱਚ ਮੈਂਬਰ ਹਨ, ਕੀ ਉਹ ਕਿਸਾਨ ਨਹੀਂ ਹਨ? ਉਹਨਾਂ ਦਾ ਕੀ ਕਸੂਰ ਉਹਦੇ 'ਚ? ਕਿਉਂ? ਜਿਹੜੇ ਮਾਈਕ 'ਤੇ ਸਟੇਜਾਂ 'ਤੇ ਅੱਜ ਬੰਦੇ ਚੜ੍ਹ ਗਏ, ਉਹਨਾਂ ਨੂੰ ਪਹਿਲਾਂ ਤਾਂ ਕਿਸੇ ਨੇ ਪੁੱਛਿਆ ਨਹੀਂ, ਹੁਣ ਉਹਨਾਂ ਨੂੰ ਚੌ ਚੜ੍ਹ ਗਿਆ, ਉਹਨਾਂ ਦਾ ਤਿਉਹਾਰ ਆ ਗਿਆ। ਸਰ ਕਿਸਾਨ ਦਾ ਬੇਵਕੂਫ ਬਣਾਉਣਗੇ, ਕਿਸਾਨ ਉਹਨਾਂ ਨੂੰ ਵੀ ਰੋਲ ਦੇਣਗੇ। ਕਿਸੇ ਨੇ ਨਹੀਂ ਪੁੱਛਿਆ ਵੀ ਜਿਸ ਦਿਨ 25 ਤਰੀਕ ਨੂੰ ਧਰਨਾ ਸੀਗਾ ਸਾਰੇ ਪੰਜਾਬ ਦੇ ਵਿੱਚ, ਸਾਰੀਆਂ ਸਟੇਜਿਸ ਦੇ ਉੱਤੇ ਕਲਾਕਾਰ ਕਿਵੇਂ ਪਹੁੰਚ ਗਏ? ਕੌਣ ਹੈ ਕਲਾਕਾਰ ਜੀ? ਕੌਣ ਹੈ ਕਲਾਕਾਰ? ਕਲਾਕਾਰ ਸਾਡਾ ਪਾਠ ਹਨ, ਸਾਡਾ ਸੱਭਿਆਚਾਰ ਸੰਭਾਲ ਰਹੇ ਹਨ। ਕੱਲ੍ਹ ਜੋ 1 ਮਹੀਨਾ ਪਹਿਲਾਂ ਤਾਂ ਸਾਰੇ ਕਲਾਕਾਰਾਂ ਨੂੰ ਗਾਲਾਂ ਕੱਢ ਰਹੇ ਤੁਸੀਂ ਵੀ ਇਹ ਜੀ ਹੋਛੇ ਗਾਣੇ ਗਾਉਂਦੇ ਆ, ਇਹ ਜੀ ਪੰਜਾਬ ਦੇ ਕਲਚਰ ਨੂੰ ਅਸਲੇ ਨਾਲ, ਬੰਦੂਕਾਂ ਨਾਲ, ਕਬਜ਼ਿਆਂ ਦੇ ਵਿੱਚ ਦਿਖਾ ਰਹੇ ਹਨ। ਅੱਜ ਉਹ ਕਲਾਕਾਰ ਬਹੁਤ ਵਧੀਆ ਹੀਰੋ ਬਣ ਗਏ। ਕਿਉਂ? ਅੱਜ ਉਹ ਏਸੀਆਂ 'ਚ ਉੱਠ ਕੇ ਸਾਨੂੰ ਕਿਸਾਨਾਂ ਨੂੰ ਕਿਸਾਨੀ ਸਿਖਾਉਣ ਆ ਗਏ। ਉਹ ਕਿਸਾਨੀ ਦੱਸਣਗੇ ਸਾਨੂੰ। ਮੈਂ ਨਾਮ ਨਹੀਂ ਲੈਂਦਾ ਸਭ ਦੇ, ਪਰ ਮੈਨੂੰ ਇੱਕ ਵੀ ਦੱਸੋ ਨਾ ਮਾਈਕ ਦੇ ਉੱਤੇ ਆਪਣੇ ਆਪ। ਨੋ ਡਾਊਟ ਉਹ ਇੰਨੇ ਸਾਲਾਂ ਤੋਂ ਸਟੇਜਿਸ ਦੇ ਉੱਤੇ ਬੋਲਦੇ ਹਨ, ਉਹਨਾਂ ਨੂੰ ਬੋਲਣਾ ਆਉਂਦਾ ਹੈ,
ਹੋ ਸਕਦਾ ਸਾਨੂੰ ਇਹੋ ਜਿਹਾ ਬੋਲਣਾ ਨਹੀਂ ਆਉਂਦਾ, ਪਰ ਅੱਜ ਸਟੇਜ ਦੇ ਉੱਤੇ ਉਹਨਾਂ ਨੂੰ ਕੋਈ ਸਮਝਾਉਣਾ, ਵਿੱਚ ਭੀੜ ਦੇ ਵਿੱਚ ਬੈਠਣ, ਆਮ ਬੰਦਾ ਬਣ ਕੇ ਬੈਠਣ, ਕਿਸਾਨ ਬਣਨ। ਅੱਜ ਉਹਨਾਂ ਨੂੰ ਦੋ ਜਗ੍ਹਾ ਤੇ ਨਾ ਉਹਨਾਂ ਨੂੰ ਸਟੇਜ ਦਿਓ, ਬੋਲਣ ਦਾ ਮੌਕਾ ਦਿਓ। ਜੇ ਮੈਨੂੰ ਤੀਜੀ ਵਾਰ ਉਸ ਜਲਸੇ ਦੇ ਵਿੱਚ ਜਾਂ ਉਸ ਧਰਨੇ ਦੇ ਵਿੱਚ ਆ ਗਏ, ਫਿਰ ਗੱਲ ਕਰਾਂਗੇ। ਜਿਹਨੂੰ ਦੇਖੋ ਸਰ, ਇਸ ਵੇਲੇ ਮੌਕਾ ਕੋਈ ਵਿਆਹ ਸ਼ਾਦੀਆਂ ਦਾ ਨਹੀਂ ਹੈਗਾ ਵੀ ਆਪਾਂ ਸੈਲੀਬ੍ਰਿਟੀਜ਼ ਨੂੰ ਸੈਲਫੀ ਲੈਣੀ ਹੈ ਜਾਂ ਉੱਥੇ ਉਹ ਸੈਲੀਬ੍ਰਿਟੀ ਆ ਰਿਹਾ ਜੀ ਉੱਥੇ ਇੱਕ ਧਰਨਾ ਇਕੱਠ ਹੋ ਜਾਊਗਾ, ਨਹੀਂ। ਹਰੇਕ ਕਿਸਾਨ ਨੂੰ ਜਾਗਣਾ ਪਏਗਾ। ਕਿਉਂ ਪੰਜਾਬ ਦੇ ਵਿੱਚ ਨਸ਼ਾ ਆਇਆ? ਪੰਜਾਬ ਇੱਕ ਇਹੋ ਜਿਹੀ ਧਰਤੀ ਹੈ ਜਿਹਨੇ ਹਮੇਸ਼ਾ ਕਦੇ ਵੀ ਅੱਤ ਆਈ ਹੈ ਉਹਨੇ ਰਿਵੋਲਟ ਕੀਤਾ। ਹੁਣ ਮੈਂ ਪੰਜਾਬ ਨੂੰ ਖਤਮ ਕਰਨ ਦਾ ਮੇਰੇ ਕੀ ਤਰੀਕਾ? ਮੈਂ ਬੰਦੇ ਮੁੰਡੇ ਮਾਰਤੇ ਬਹੁਤ, ਉਹ 15 ਸਾਲ ਦੇ ਵਿੱਚ, ਠੀਕ ਹੈ ਜੀ। ਪੰਜਾਬ ਫਿਰ ਖੜਾ ਹੋ ਜਾਂਦਾ, ਫਿਰ ਉਵੇਂ ਦਾ ਉਵੇਂ ਮਰਸੀਡੀਜ਼ ਕਾਰਾਂ ਦਿਖਦੀਆਂ, ਉਵੇਂ ਵੱਡੀਆਂ ਵੱਡੀਆਂ ਕੋਠੀਆਂ ਦਿਖਦੀਆਂ। ਹੁਣ ਕੀ ਕਰਾਂ ਮੈਂ? ਹੁਣ ਮੈਂ ਕਿਸਾਨਾਂ ਦੇ ਬੱਚਿਆਂ ਨੂੰ ਨਸ਼ੇ 'ਚ ਪਾਊਂਗਾ। ਮੈਂ ਕਰਜ਼ਾ ਦੇਣ ਦੀ ਹੋਂਦ ਕਿਵੇਂ ਆਈ? ਕਿਉਂਕਿ ਮੈਂ ਤੁਹਾਨੂੰ ਇੰਨਾ ਕਰਜ਼ੇ ਨੀਚੇ ਦੱਬ ਦੂੰਗਾ ਨਾ, ਤੁਸੀਂ ਮੇਰੇ ਅੱਗੇ ਬੋਲ ਹੀ ਨਹੀਂ ਸਕਦੇ। ਜਿਵੇਂ ਕਿਤੇ ਵੀ ਮਤਲਬ ਕਿਤੇ ਵੀ ਪੰਜਾਬ ਜਾਂ ਪਿੰਡਾਂ ਦਾ ਕਲਚਰ ਦੇਖੀਏ, ਸ਼ਾਹੂਕਾਰ ਹਰੇਕ ਬੰਦਾ ਦਬਾ ਕੇ ਰੱਖਦੇ ਸੀਗੇ ਵੀ ਤੇਰੀ ਜ਼ਮੀਨ ਦੱਬ ਲੈਣੀ ਹੈ, ਬੰਦਾ ਬਣ ਕੇ ਰਹਿ। ਉਹੀ ਸਿਸਟਮ ਹੈ, ਉਹ ਬੈਂਕਾਂ ਦੇ ਰਾਹੀਂ ਆ ਗਈ ਗਵਰਨਮੈਂਟ, ਠੀਕ ਹੈ ਨਾ। ਸੰਵਿਧਾਨਿਕ ਰੂਪ ਦਿੱਤਾ ਉਹਨੂੰ ਇੱਕ ਉਹ ਰੂਪ ਦੇਤਾ ਵੀ ਪੰਜਾਬ ਨੂੰ ਮੈਂ ਕਿਵੇਂ ਖਤਮ ਕਰਨਾ ਹੈ, ਤੇ ਇਹਨਾਂ ਨੂੰ ਇਹ ਸਮਝ ਨਹੀਂ ਆ ਰਿਹਾ ਵੀ ਅਸੀਂ ਖਤਮ ਕਿਵੇਂ ਹੋ ਰਹੇ। ਸਾਡੇ ਘਰ ਘਰ 'ਚ ਨਸ਼ਾ ਵਾੜਤਾ, ਐਲੀਗੇਸ਼ਨ ਲਾਤਾ ਜੀ ਉਹ ਸਰਕਾਰ ਲਿਆਈ, ਉਹ ਸਰਕਾਰ ਲਿਆਈ, ਕਾਂਗਰਸ ਲਿਆਈ, ਅਕਾਲੀ ਲਿਆਏ, ਬੀਜੇਪੀ ਲਿਆਈ। ਸਰਕਾਰਾਂ ਨਸ਼ੇ ਲੈ ਕੇ ਆਉਂਦੀਆਂ ਕੋਈ ਮਨਮੋਹਨ ਸਿੰਘ ਨੇ ਜਾਂ ਨਰਿੰਦਰ ਮੋਦੀ ਨੇ ਇਹਨਾਂ ਨੇ ਕਿਹਾ ਸੀਗਾ ਵੀ ਜਾਂ ਤਾਂ ਦੱਸੋ ਨਾ ਵੀ ਸਰਕਾਰਾਂ ਲੈ ਕੇ ਆ ਰਹੀਆਂ। ਜੇ ਸਰਕਾਰਾਂ ਨਹੀਂ ਲੈ ਕੇ ਆ ਰਹੀਆਂ, ਕੋਈ ਤਾਂ ਹੈ ਨਾ ਲੈ ਕੇ ਆ ਰਿਹਾ। ਉਹ ਕੌਣ ਹੈ ਅਸੀਂ ਨਹੀਂ ਦੇਖਣਾ। ਇੱਕ ਕਬੂਤਰ ਹੁੰਦਾ ਨਾ, ਸਾਹਮਣੇ ਬਿੱਲੀ ਆ ਗਈ, ਉਹਨੇ ਅੱਖਾਂ ਬੰਦ ਕਰ ਲੈਣੀਆਂ ਵੀ ਜਿੰਨੀ ਦੇਰ ਮੈਨੂੰ ਬਿੱਲੀ ਨਹੀਂ ਦਿਖੀ ਮੈਂ ਸਾਹ ਤਾਂ ਲੈਣਾ। ਸੇਮ ਇਹ ਬਿੱਲ ਹੈ। ਜੇ ਬਿੱਲ ਦੇ ਵਿੱਚੋਂ ਇਹ ਵਾਪਸ ਵੀ ਹੋ ਜਾਂਦੇ ਆ ਸਾਨੂੰ, ਅਸੀਂ ਫਿਰ ਵੀ ਮਰਨਾ ਹੀ ਮਰਨਾ ਅੱਜ ਤੋਂ ਕੁਝ ਸਾਲ ਬਾਅਦ। ਸਟੱਡੀ ਮੁਤਾਬਕ ਅੱਜ ਤੋਂ 13-15 ਸਾਲਾਂ ਬਾਅਦ ਪੰਜਾਬ ਦੀ ਧਰਤੀ ਕਿਸ ਲੈਵਲ ਤੇ ਜਾ ਰਹੀ ਹੈ? ਜਿਵੇਂ ਰਾਜਸਥਾਨ ਦੀ ਧਰਤੀ ਹੋ ਰਹੀ ਹੈ। ਸਾਨੂੰ ਕੋਈ ਫਿਕਰ ਨਹੀਂ, ਅਸੀਂ ਤਾਂ ਅੱਜ ਦਾ ਦੇਖਣਾ। ਵਿਜ਼ਨਰੀ ਜਿਹੜੇ ਸਾਡੇ ਗੁਰੂ ਸਾਨੂੰ ਰਸਤਾ ਦਿਖਾ ਕੇ ਗਏ ਸੀਗੇ, ਅਸੀਂ ਬੜੇ ਆਕੜ ਕੇ ਕਹਿੰਦੇ ਆ ਵੀ ਜਿਵੇਂ ਆਰਤੀ 'ਚ ਵੀ ਹੈ ਵੀ ਇੱਕ ਆਕਾਸ਼ ਨਹੀਂ ਹੈ, ਇੱਕ ਯੂਨੀਵਰਸ ਨਹੀਂ ਹੈ, ਕਿੰਨੇ ਯੂਨੀਵਰਸ ਹੈ, ਠੀਕ ਹੈ ਨਾ ਜੀ, ਲੱਖ ਆਗਾਸਾਂ ਆਗਾਸ, ਠੀਕ ਹੈ ਨਾ ਜੀ। ਉਹ ਵਿਜ਼ਨਰੀ ਸਾਡੇ ਜਿਹੜੇ ਗੁਰੂ ਸੀ, ਅੱਜ ਇਹਨਾਂ ਨੇ ਸੀਮਤ ਕਰਕੇ ਰੱਖਤੇ ਰੋਟੀ ਕੱਪੜਾ ਤੇ ਮਕਾਨ ਤੇ। ਰੋਟੀ ਕੱਪੜਾ ਆ ਰਿਹਾ, ਮੈਂ ਕੀ ਲੈਣਾ, ਨਾਲ ਗੁਆਂਢੀ ਦੇ ਭਾਵੇਂ ਅੱਗ ਲੱਗੇ, ਮੈਨੂੰ ਕੋਈ ਕੰਸਰਨ ਨਹੀਂ ਉਹਦੇ ਨਾਲ। ਪਰ ਅੱਜ ਹੁਣ ਭੁਗਤਾਂਗੇ ਅਸੀਂ। ਇਹਦੇ ਵਿੱਚ ਤੁਸੀਂ ਇਹ ਵੀ ਮੰਨਦੇ ਹੋ ਕਿਤੇ ਨਾ ਕਿਤੇ ਇਹ ਜੋ ਸਾਡਾ ਐਜੂਕੇਸ਼ਨ ਸਿਸਟਮ ਹੈ, ਇਹ ਵੀ ਇੱਕ ਮੁਕਾਬਲੇਬਾਜ਼ੀ ਪੈਦਾ ਕਰ ਰਿਹਾ? ਜਦੋਂ ਆਪਾਂ ਬੱਚੇ ਨੂੰ ਸਕੂਲ ਦੇ ਵਿੱਚ ਦਾਖਲ ਕਰਵਾਉਂਦੇ ਆ, ਉੱਥੇ ਮੁਕਾਬਲਾ ਸ਼ੁਰੂ ਹੋ ਜਾਂਦਾ ਕਿ ਫਲਾਣੇ ਦਾ ਪੜੋਸੀ ਦਾ ਬੱਚਾ ਉਹ ਤਾਂ ਇੱਥੋਂ ਫਸਟ ਆਉਂਦਾ, ਤੂੰ ਉਹਦੇ ਤੋਂ ਫਸਟ ਆਉਣਾ, ਤੂੰ ਉਹਦੇ ਤੋਂ ਅੱਗੇ ਲੰਘਣਾ। ਆਪਾਂ ਕਿਤੇ ਨਾ ਕਿਤੇ ਭਾਈਚਾਰਕ ਜਿਹੜੀ ਸਾਡੀ ਸਾਂਝ ਹੈ, ਇਹ ਸਾਂਝ ਆਪਾਂ ਆਪਣੀ ਸਿੱਖਿਆ ਜਰੀਏ, ਇਸ ਐਜੂਕੇਸ਼ਨ ਸਿਸਟਮ ਜਰੀਏ ਆਪਾਂ ਉਹਨੂੰ ਖੋ ਰਹੇ ਹਾਂ, ਕਿਉਂਕਿ ਮੁਕਾਬਲੇਬਾਜ਼ੀ ਪੈਦਾ ਕਰ ਰਹੇ ਹਾਂ। ਜੇ ਆਪਾਂ ਐਜੂਕੇਸ਼ਨ ਸਿਸਟਮ ਤੇ ਆਵਾਂਗੇ, ਐਜੂਕੇਸ਼ਨ ਸਿਸਟਮ ਕਿਹਨੂੰ ਕਹਿੰਦੇ ਆ? ਨੌਲੇਜ ਦੇਣੀ। ਪਰ ਇਹਨਾਂ ਨੇ ਨੌਲੇਜ ਵੀ ਸੀਮਤ ਕਰਤੀ, ਕੰਪੀਟੀਸ਼ਨ ਦਾ ਰੂਪ ਦਿੱਤਾ ਉਹਨੂੰ, ਕੰਪੀਟੀਸ਼ਨ ਦਾ ਰੂਪ ਦਿੱਤਾ ਵੀ ਮੈਨੂੰ ਇਸ ਚੀਜ਼ ਬਾਰੇ, ਅੱਛਾ ਮੇਰੇ ਬੱਚੇ ਤਾਂ ਇੰਨੇ % ਆਏ ਆ, ਹਲੇ ਬੱਚਾ ਪੜ੍ਹ ਕਦੋਂ ਰਿਹਾ, ਕਦੋਂ ਪਰਸੈਂਟੇਜ ਆ ਗਈ, ਇਹ ਆਲ ਓਵਰ ਵਰਲਡ ਕਿਉਂ ਨਹੀਂ ਹੈ ਤੇ ਇੰਡੀਆ 'ਚ ਕਿਉਂ ਹੈ? ਆਲ ਓਵਰ ਵਰਲਡ ਕਿਉਂ ਨਹੀਂ ਹੈ ਤੇ ਇੰਡੀਆ 'ਚ ਕਿਹਨੇ ਤਿਆਰ ਕੀਤੀ ਹੈ? ਇਹ ਸਿਸਟਮ ਕੌਣ ਲੈ ਕੇ ਆਇਆ? ਤੂੰ IAS ਬਣ ਜਾ, ਤੂੰ IPS ਬਣ, ਮਤਲਬ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸਿਜ਼ ਹੈ, ਹੋਰ ਕੋਈ ਦੁਨੀਆ 'ਚ ਹੈ ਹੀ ਨਹੀਂ ਚੀਜ਼। ਬਾਹਰਲੇ ਮੁਲਕ ਦੇ ਵਿੱਚ ਜੋ ਅਸੀਂ ਜਾਣਦੇ ਹਾਂ, ਗਵਰਨਮੈਂਟ ਜੌਬਸ ਬੰਦੇ ਉਹ ਕਰਦੇ ਆ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਵੀ ਇਹਨਾਂ ਨੇ ਕੋਈ ਬਿਜ਼ਨਸ ਕਰਨ ਦੇ ਕੈਪੇਬਲ ਨਹੀਂ ਹੈ, ਤਾਂ ਇਹ ਗਵਰਨਮੈਂਟ ਜੌਬ ਜਾ ਰਹੇ ਵੀ ਈਜ਼ੀ ਮਨੀ ਚਾਹੁੰਦਾ, ਈਜ਼ੀ ਸੈਲਰੀ ਹੈ ਬਸ, ਹੈ ਨਾ। ਸਾਡੇ ਉਰੇ ਕਹਿੰਦੇ ਤੂੰ ਜੇ ਗਵਰਨਮੈਂਟ ਆਫਿਸਰ ਹੈ ਤੇ ਇੱਥੋਂ ਇੰਟੈਲੀਜੈਂਟ ਹੀ ਕੋਈ ਨਹੀਂ ਹੈ। ਸਰ ਖੇਤੀ ਦੇ ਵਿੱਚ ਕੀ ਸਰਕਾਰਾਂ ਨੂੰ ਨਹੀਂ ਪਤਾ ਵੀ ਕਿੰਨਾ ਕੁ ਪੈਸਾ ਹੈ, ਕਿੰਨੀ ਕੁ ਉਹਦੇ 'ਚ ਤਰੱਕੀ ਹੈ? ਨਿਊਜ਼ੀਲੈਂਡ ਚਲ ਜਾਓ ਤੁਸੀਂ, ਨਿਊਜ਼ੀਲੈਂਡ ਚਲ ਜਾਓ, ਉਹ ਕਿਵੇਂ ਅਮੀਰ ਹੋ ਗਿਆ ਜੀ? ਸਿਰਫ ਐਗਰੀਕਲਚਰ ਦੇ ਉੱਤੋਂ ਹੀ ਉਹ ਮੁਲਕ ਅਮੀਰ ਹੈ। ਤੁਸੀਂ ਇਜ਼ਰਾਈਲ ਚਲ ਜਾਓ, ਇਜ਼ਰਾਈਲ ਕਿੱਡਾ ਕੁ ਜਿੱਡਾ ਕੁ ਆਪਣਾ UP ਹੋਊਗਾ ਇਜ਼ਰਾਈਲ। ਹਾਂ, ਕੱਲ੍ਹ ਦਾ ਮੁਲਕ ਹੈ ਉਹ ਸੈਲਫ ਸਫੀਸ਼ੀਐਂਟ ਮੁਲਕ ਬਣ ਗਿਆ। ਚਾਹੇ ਉਹਦੇ ਪਿੱਛੇ ਬਹੁਤ ਨੈਗੇਟਿਵ ਕਹਾਣੀਆਂ ਵੀ ਆ, ਪੋਜ਼ੀਟਿਵ ਹੈ, ਉਹ ਡਿਫਰੈਂਟ ਚੀਜ਼, ਪਰ ਉਹ ਕਿਸੇ ਅੱਗੇ ਹੱਥ ਨਹੀਂ ਅੱਡ ਰਹੇ, ਠੀਕ ਹੈ ਜੀ। ਆਪਾਂ ਲੋਕ ਕਿਸਾਨ ਨੂੰ, ਮੈਂ ਨਹੀਂ ਕਹਿੰਦਾ ਵੀ ਮੈਂ ਬਦਲ ਦੂੰਗਾ, ਪਰ ਮੈਂ ਇੱਕ ਚੀਜ਼ ਜ਼ਰੂਰ ਐਲਾਨ ਕਰਨੀ ਚਾਹੁੰਦਾ ਗਲੋਬਲ ਪੰਜਾਬ ਦੇ ਰਸਤੇ, ਕਿਸਾਨ ਨੂੰ ਹੱਥ ਜੋੜਨੇ ਪੈਣਗੇ। ਜਥੇਬੰਦੀਆਂ ਨੇ ਜੇ ਲੀਡ ਕਰਨਾ ਪੰਜਾਬ,
ਪਹਿਲਾਂ ਸਾਡੇ ਨਾਲ ਕਿਸਾਨ ਬਣਨ, ਉਹ ਮਾਈਕ ਛੱਡਣ। ਸ਼ੰਭੂ ਧਰਨੇ ਲੱਗ ਰਹੇ ਹੈ, ਕਿਤੇ ਧਰਨੇ ਲੱਗ ਰਹੇ ਹੈ, ਉਹੀ ਬੰਦਾ ਮਾਈਕ ਤੇ ਜਾ ਕੇ ਬੋਲੂਗਾ ਜਿਹਨੂੰ ਜਥੇਬੰਦੀਆਂ ਅਲਾਓ ਕਰਨਗੀਆਂ। ਕਿਉਂ? ਤੁਹਾਨੂੰ ਕਿਹਨੇ ਠੇਕਾ ਦਿੱਤਾ ਪੰਜਾਬ ਦਾ? ਤੁਸੀਂ ਕਿਦੋਂ ਤੋਂ ਠੇਕੇਦਾਰ ਬਣ ਗਏ? ਲੱਖੋਵਾਲ ਨੂੰ ਕੱਢਤਾ, ਉਹ ਅਕਾਲੀ ਹੈ। ਰਾਜੇਵਾਲ ਆ ਜਾਊਗਾ ਬਈ ਆਹ ਪਾਰਟੀ ਦਾ ਹੈ, ਡਕੌਂਦਾ ਆਜੂ ਆਹ ਪਾਰਟੀ ਦਾ ਹੈ। ਉਗਰਾਹਾਂ ਨੇ ਨਵੀਂ ਇੱਕ ਪਾਲਿਸੀ ਖੇਡਤੀ ਵੀ ਜੀ ਜਿਹੜਾ ਬੰਦਾ ਪੋਲੀਟੀਕਲ ਪਾਰਟੀ ਨਾਲ ਸੰਬੰਧਿਤ ਨਹੀਂ ਹੋਊਗਾ, ਜਿਹੜਾ ਪੋਲੀਟੀਕਲ ਪਾਰਟੀ ਨਾਲ, ਅਸੀਂ ਤਾਂ ਸਿਰਫ ਉਹਨੂੰ ਜ਼ਿਲ੍ਹਾ ਪ੍ਰਧਾਨ ਬਣਾਵਾਂਗੇ। ਕਹਿਣਾ ਕੀ ਚਾਹੁੰਦੇ ਹੋ ਤੁਸੀਂ ਸਰ? ਜਿਹੜੇ ਪੋਲੀਟੀਕਲ ਪਾਰਟੀ ਨਾਲ ਸੰਬੰਧਿਤ ਨੇ ਸਾਰੇ ਚੋਰ ਹੁੰਦੇ? ਮੈਂ ਇਹ ਨਹੀਂ ਗੱਲ ਕਰ ਰਿਹਾ, ਮੈਂ ਸਿਰਫ ਇਹ ਗੱਲ ਕਰਨੀ ਚਾਹ ਰਿਹਾ, ਇਹ ਸਟੇਜਿਸ ਦੇ ਉੱਤੇ ਕਿਸਾਨ ਦਾ ਹੱਕ ਹੈ, ਜਥੇਬੰਦੀਆਂ ਦਾ ਕੋਈ ਹੱਕ ਨਹੀਂ ਹੈ। ਜਥੇਬੰਦੀਆਂ ਨੂੰ ਕਹੋ ਅੱਜ ਤੱਕ ਜੋ ਸਾਡੇ ਨਾਲ ਕੀਤਾ ਹੈ ਪਹਿਲਾਂ ਉਹਦਾ ਚਿੱਠਾ ਲੈ ਕੇ ਆਓ ਸਾਡਾ ਨਾਲ। ਜੇ ਉਹਨਾਂ ਨੇ ਕੁਝ ਕੀਤਾ ਹੁੰਦਾ ਸ਼ਾਇਦ ਇਹ ਨੌਬਤ ਪੂਰੇ ਇੰਡੀਆ ਦੇ ਵਿੱਚ ਆ ਨਹੀਂ ਸਕਦੀ ਸੀ। ਹੁਣ ਹੱਲ ਕੀ ਹੈ ਇਹਨਾਂ ਜੋ ਜੇਕਰ ਜਿਵੇਂ ਤੁਸੀਂ ਕਿਹਾ ਕਿ ਜੇ ਇਹ ਆਰਡੀਨੈਂਸ ਵੀ ਜੇਕਰ ਰੱਦ ਹੋ ਜਾਂਦੇ ਨੇ ਫਿਰ ਵੀ ਕਿਸਾਨੀ ਦੀ ਹਾਲਤ ਸੁਧਰ ਨਹੀਂ ਸਕਦੀ, ਵੀ ਤੁਸੀਂ ਕਿਹਾ ਕਿ ਸੰਘਰਸ਼ ਵੀ ਕਿਸੇ ਟੈਕਨੀਕ ਨਾਲ ਚੱਲਣ, ਤਾਂ ਫਿਰ ਹੱਲ ਕੀ ਹੈ? ਸਰ ਇਹਦਾ ਹੱਲ ਹੈ। ਕਿਵੇਂ ਇਹਦਾ ਹੱਲ? ਸਭ ਤੋਂ ਪਹਿਲਾਂ ਤਾਂ ਸਾਨੂੰ ਹੱਥ ਜੋੜਨੇ ਪੈਣਗੇ ਇਹ ਜਥੇਬੰਦੀਆਂ ਵੱਲੋਂ ਤੇ ਜਥੇਬੰਦੀਆਂ ਨੂੰ, ਵੀ ਕਿਸਾਨ ਨੂੰ ਪਹਿਲਾਂ ਆਪਣਾ ਸਾਥੀ ਮੰਨੋ, ਲੀਡ ਨਾ ਕਰੋ। ਇਹ ਪੋਲੀਟਿਕਸ ਦੀ ਗੇਮ ਨਹੀਂ ਹੈ, ਤੇ ਪੋਲੀਟਿਕਸ ਖੇਡਣ ਲੱਗੇ ਗੁੰਮਰਾਹ ਕਰਨਾ ਸ਼ੁਰੂ ਕਰਤਾ। NGOs ਆਉਂਦੇ ਆ ਜੀ, ਚਾਹੇ ਉਹਦੇ 'ਚ ਲੱਖਾ ਸਿਧਾਣਾ ਆਉਂਦਾ ਹੈ, ਚਾਹੇ ਹੋਰ NGOs ਆਉਂਦੇ ਆ, ਸਿੰਗਰਸ ਆ ਗਏ, ਕਿਉਂਕਿ ਇਹਨਾਂ ਕੋਲ ਵਰਡਸ ਹੈ ਬੋਲਣ ਵਾਲੇ, ਲਿਖਦੇ ਆ ਨਾ ਲਿਖਾਰੀ, ਮਤਲਬ ਗਾਣੇ ਗਾਏ ਹੋਏ ਵਰਡਸ ਹੈ ਇਹਨਾਂ ਕੋਲ ਬੋਲਣ ਲਈ। ਇਹ ਹੁਣ ਉਹਦੇ ਨਾਲ ਸਾਨੂੰ ਬਲੈਕਮੇਲ ਕਰ ਰਹੇ ਆ। ਤੁਸੀਂ ਤੁਸੀਂ NGO ਤੱਕ ਸੀਮਤ ਰਹੋ, ਲੀਡਰ ਨਾ ਬਣੋ। ਲੀਡਰ ਬਣਨ ਲਈ ਤੁਹਾਨੂੰ ਬਹੁਤ ਕੁਝ ਸੈਕਰੀਫਾਈਸ ਕਰਨਾ ਵਾ ਜਿਹੜਾ ਤੁਸੀਂ ਨਹੀਂ ਕਰ ਸਕਦੇ। ਜੋ ਮਰਜ਼ੀ ਆ ਮਾਈਕ ਤੇ ਬੋਲਤਾ, ਚੱਕ ਦੋ ਫੱਟੇ, ਆਹ ਕਰ ਦੋ ਫੱਟੇ। ਸਰ ਅਸੀਂ ਨਹੀਂ ਆ ਉਸ ਕੰਮ ਲਈ। ਸਭ ਤੋਂ ਪਹਿਲੀ ਗੱਲ ਹੈ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਗਵਰਨਮੈਂਟ ਆਫ ਇੰਡੀਆ ਕੋਲ ਇੱਕ ਬਜਟ ਹਰ ਸਾਲ ਤਿਆਰ ਹੁੰਦਾ। ਕਦੇ ਕਿਸੇ ਨੇ ਸਵਾਲ ਕੀਤਾ ਰੇਲਵੇ ਬਜਟ ਸੈਪਰੇਟ ਕਿਉਂ ਹੈ? ਰੇਲਵੇ ਬਜਟ ਇੱਕ ਐਕਸਟਰਾ ਬਜਟ ਕਿਉਂ ਆ ਰਿਹਾ ਸਾਡੇ ਕੋਲ? ਕੀ ਡਿਫੈਂਸ ਦਾ ਬਜਟ ਲੱਗ ਕਿਉਂ ਨਹੀਂ ਹੈ? ਹੋਰ ਮਹਿਕਮੇ ਦੇ ਬਜਟ ਗਵਰਨਮੈਂਟ ਆਫ ਇੰਡੀਆ ਦੇ ਬਜਟ 'ਚ ਹੈ, ਰੇਲਵੇ ਬਜਟ ਲੱਗ ਹੈ। ਇੱਕ ਬਜਟ ਪੂਰੇ ਇੰਡੀਆ ਦਾ, ਇੱਕ ਬਜਟ ਸੈਪਰੇਟ ਇੱਕ ਡਿਪਾਰਟਮੈਂਟ ਦਾ। ਫਿਰ ਤਾਂ ਉਹਦਾ ਮੰਤਰੀ ਵੀ ਬਿਲਕੁਲ ਇੰਡੀਪੈਂਡੈਂਟ ਹੋਣਾ ਚਾਹੀਦਾ, ਉਹਨੂੰ ਕੋਈ PM ਤੋਂ ਲੱਗਾ ਤੇ ਉਹਨੂੰ ਆਪਣਾ। ਸਰ ਮੇਰੀ ਡਿਮਾਂਡ ਇਹ ਹੈ, ਉਹਦੇ 'ਤੇ ਕਿਉਂ ਨਹੀਂ ਕੰਸੀਡਰ ਕੀਤਾ ਜਾਂਦਾ ਕਿਸਾਨੀ ਬਜਟ 'ਤੇ, ਜਿਹੜਾ ਸਭ ਤੋਂ ਵੱਡਾ ਇੰਡੀਆ ਦਾ ਦੇਣਦਾਰ ਹੈ, ਦੇਣਦਾਰ ਨਹੀਂ ਦਿੰਦਾ ਹੈ, ਜਿਹਦੇ ਉੱਤੇ ਮੁਲਕ ਖੜਾ ਹੈ। ਚਾਹੇ ਉਹ ਮੁਗਲ ਆਏ, ਚਾਹੇ ਉਸ ਤੋਂ ਪਹਿਲਾਂ ਰਾਜੇ ਮਹਾਰਾਜੇ ਸੀ, ਚਾਹੇ ਅੰਗਰੇਜ਼ ਆਏ, ਸਾਡਾ ਕਿਸਾਨ ਕੱਲਾ ਇੱਕ ਸੈਕਟ ਹੈ ਜਿਹਨੇ ਇਸ ਮੁਲਕ ਨੂੰ ਭੁੱਖਾ ਨਹੀਂ ਮਰਨ ਦਿੱਤਾ। ਤੁਸੀਂ ਕਰੋਨਾ ਦੇ ਟਾਈਮ ਵੀ ਦੇਖ ਲਓ ਕਿ ਸੈਕਟਰ ਬਾਏ ਸੈਕਟਰ GDP ਬਿਲਕੁਲ ਥੱਲੇ ਚਲੀ ਗਈ, ਤੇ ਖੇਤੀ ਦੀ GDP ਵੀ ਪਲੱਸ ਦੇ ਵਿੱਚ ਸੀ, 3.4 ਸੀ ਪਲੱਸ ਸੀ ਖੇਤੀ ਦੀ GDP। ਸਰ ਆਪਾਂ ਅੱਜ ਜਿਹੜਾ ਆਪਾਂ ਅੱਜ ਗੱਲ ਕਰ ਰਹੇ ਹਾਂ, ਮੈਂ ਬਿਲਕੁਲ, ਮੇਰੇ ਕੋਲ ਸਾਰੇ ਡਾਟੇ ਹੈ, ਮੇਰੇ ਕੋਲ ਇੱਕ ਚੀਜ਼ ਦਾ ਡਾਟਾ ਹੈ, ਮੈਂ ਉਸ ਦੇ ਉੱਤੇ ਬਿਲਕੁਲ ਨਹੀਂ ਆਊਂਗਾ। ਇਹ ਅੱਜ ਤਾਂ ਮੈਂ ਸਿਰਫ ਇੰਨੀ ਗੱਲ ਕਰਨੀ ਚਾਹੁੰਦਾ ਹੈ, ਸਿਰਫ ਕਿਸਾਨਾਂ ਨੂੰ ਜਗਾਉਣਾ ਚਾਹੁੰਦਾ ਹੈ। ਕਿਸਾਨ ਆਪਣੇ ਆਪ ਨੂੰ ਵਿਚਾਰਾ ਸਮਝਣਾ ਸਭ ਤੋਂ ਪਹਿਲਾਂ ਬੰਦ ਕਰਨ। ਆਪਾਂ ਇੱਕ ਮੁੱਦੇ ਤੇ ਇਕੱਠੇ ਹੁੰਦੇ ਹਾਂ। ਇਹ ਜਿਹੜੇ ਲੀਡਰ ਆਪਣੇ ਸੋ ਕਾਲਡ ਸੈਲਫ ਅਨਾਊਂਸਡ ਮਾਈਕ ਲੈ ਕੇ ਖੜ ਕੇ ਮਾਈਕ ਬੋਲਣ ਵਾਲੇ ਬੰਦੇ, ਚਾਹੇ ਉਹਦੇ 'ਚ ਅਕਾਲੀ ਪਾਰਟੀ ਆਈ, ਚਾਹੇ ਉਹਦੇ 'ਚ ਕਾਂਗਰਸ ਆਈ, ਚਾਹੇ ਉਹ 'ਚ ਆਪ ਆਈ, ਚਾਹੇ BJP ਆਈ। BJP ਨੂੰ ਆਪਾਂ ਵਿੱਚੋਂ ਹਟਾ ਦਿੰਦੇ ਹਾਂ, ਕਿਉਂਕਿ BJP ਦੇ ਉੱਤੇ ਹੀ ਸਾਰਾ ਭਾਰ ਹੈ ਵੀ ਉਹਨੇ ਬਿੱਲ ਲਾਗੂ ਕੀਤੇ ਹੈ। ਹੁਣ ਤੁਸੀਂ ਕਾਂਗਰਸ ਤੇ ਆ ਜਾਓ, ਕਾਂਗਰਸ ਨੂੰ ਜਿਵੇਂ ਰਾਹੁਲ ਗਾਂਧੀ ਆਉਂਦਾ, ਜਿਵੇਂ ਹਰਸਿਮਰਤ ਕੌਰ ਬਾਦਲ ਅਕਾਲੀ ਦਲ ਉਦੋਂ ਤੋਂ ਆਪਣੇ ਕੈਬਨਿਟ ਮੰਤਰੀ ਹੋਣ ਦਾ ਅਸਤੀਫਾ ਦਿੰਦੀ ਹੈ, ਜਾਂ ਆਪ ਪਾਰਟੀ ਹੈ ਜਾਂ ਕੋਈ ਵੀ। ਸਰ ਮੈਂ ਕਹਿ ਰਿਹਾ ਹੈ ਤਾਂ ਸਾਡੇ ਕਿਸਾਨ ਨਾ। ਇਸ ਵੇਲੇ ਜ਼ਰੂਰਤ ਭੁੱਲ ਜਾਓ ਪੋਲੀਟਿਕਸ, ਵੋਟਾਂ ਵੇਲੇ ਜਿਹਨੂੰ ਮਰਜ਼ੀ ਵੋਟ ਪਾਓ ਤੁਸੀਂ ਜਾ ਕੇ। ਅੱਜ ਸਭ ਨੂੰ ਸਾਨੂੰ ਜਿਵੇਂ ਵਿਆਹ ਘਰੇ ਰੱਖਿਆ ਹੁੰਦਾ ਨਾ, ਜਦੋਂ ਵਿਆਹ ਘਰੇ ਰੱਖਿਆ ਹੁੰਦਾ ਆਪਾਂ ਹਰੇਕ ਰਿਸ਼ਤੇਦਾਰ ਦੀ ਆਓ ਭਗਤ ਕਰਦੇ ਹਾਂ, ਜਿਹੜੀ ਬਣਦੀ ਨਹੀਂ ਬੰਦੇ ਉਹਦੇ ਘਰੇ ਜਾ ਕੇ ਹੱਥ ਜੋੜਦੇ ਹਾਂ ਵੀ ਤੂੰ ਵਿਆਹ 'ਚ ਆਉਣਾ ਹੈ। ਘਰੇ ਕੋਈ ਔਖ ਆ ਗਿਆ ਆਪਾਂ ਹਰੇਕ ਰਿਸ਼ਤੇਦਾਰ ਨੂੰ ਕਹਿੰਦੇ ਵੀ ਤੇਰਾ ਰਿਸ਼ਤੇਦਾਰ ਯਾਰ, ਤੈਨੂੰ ਖੜਨਾ ਪੈਣਾ ਨਾਲ। ਸੇਮ ਉਵੇਂ
ਸਾਨੂੰ ਸਾਰਿਆਂ ਨੂੰ, ਚਾਹੇ ਉਹ 'ਚ ਕਾਂਗਰਸ ਆਉਂਦੀ ਹੈ, ਚਾਹੇ ਹੋ ਗਿਆ ਜੋ ਹੋਣਾ ਸੀ, ਹੁਣ ਤਾਂ ਹੋ ਗਿਆ ਜੋ ਪਹਿਲਾਂ। ਹੁਣ ਇਹ ਸਿਰਫ ਪੋਲੀਟੀਕਲ ਗੱਲਾਂ ਹੈ ਵੀ ਜੀ ਕੈਪਟਨ ਅਮਰਿੰਦਰ ਸਿੰਘ ਉਹ 5 ਮੈਂਬਰੀ ਕਮੇਟੀ ਸੀਗਾ, ਉਹਨੇ ਉਸ ਵੇਲੇ ਰੌਲਾ ਨਹੀਂ ਪਾਇਆ। ਹਰਸਿਮਰਤ ਕੌਰ ਬਾਦਲ ਨੇ ਉਦੋਂ ਕਿਉਂ ਨਹੀਂ ਪਾਇਆ? ਕੇਜਰੀਵਾਲ ਨੇ ਉਦੋਂ ਕਿਉਂ ਨਹੀਂ ਪਾਇਆ? ਅਸੀਂ ਕੇਜਰੀਵਾਲ ਨੂੰ ਅਸੀਂ ਨਹੀਂ ਗਿਣ ਰਹੇ, ਕਿਉਂਕਿ ਉਹ ਕਦੇ ਵੀ ਪੰਜਾਬ ਦੀ ਇਸ ਨਬਜ਼ ਨੂੰ ਕਦੇ ਵੀ ਸਾਥ ਨਹੀਂ ਦੇਗਾ। ਉਹਦੀ ਮਜਬੂਰੀ ਹੈ, ਉਹਦੀ ਮਜਬੂਰੀ ਹੈ। ਜੇ ਮਜਬੂਰੀ ਨਾ ਹੁੰਦੀ ਤਾਂ ਉਹਦੇ ਸਾਰੇ ਐਮਐਲਏ ਦੇ ਦੇਣ ਅਸਤੀਫਾ ਦੇ ਦੇਣ। ਉਹ ਆਪਣੇ ਐਮਐਲਏ ਨੂੰ ਲੈ ਕੇ ਸੈਂਟਰ 'ਚ ਜਾ ਕੇ ਬੈਠ ਜੇ, ਉੱਥੇ ਕਦੇ ਨਹੀਂ ਕਰੂਗਾ ਉਹਨਾਂ ਦੇ। ਉਹ ਪੋਲੀਟੀਕਲ ਗੱਲਾਂ ਹੋ ਗਈਆਂ, ਆਪਾਂ ਪੋਲੀਟੀਕਲ ਗੱਲ 'ਚ ਆਉਣਾ ਹੀ ਨਹੀਂ। ਇਸ ਵੇਲੇ ਗੱਲ ਆ ਗਈ ਸਾਡੀ ਇੱਜ਼ਤ, ਸਾਡੀ ਪੱਗ ਦੀ, ਕਿਸਾਨੀ ਦੀ, ਪੰਜਾਬ ਦੀ ਇਕੱਲੇ ਦੀ ਨਹੀਂ, ਕਿਸਾਨੀ ਦੀ, ਕਿਸਾਨੀ ਪੱਗ ਦੀ। ਹੁਣ ਇਹ ਕਿਸਾਨੀ ਪੱਗ ਨੂੰ ਬਚਾਉਣ ਲਈ ਮੇਰੀ ਸਿਰਫ ਕੋਈ ਹੈ ਇਹਨਾਂ ਨੂੰ ਦਰਖਾਸਤ ਜਾਂ ਬੇਨਤੀ, ਬਈ ਸਾਰਿਆਂ ਨੂੰ ਭੁੱਲ ਕੇ, ਪੋਲੀਟੀਕਲ ਮੰਚਾਂ ਨੂੰ ਭੁੱਲ ਕੇ, ਮੇਰੇ ਨਾਲ ਇੰਨੇ ਬੰਦੇ ਧਰਨਾ ਅਕਾਲੀ ਦਲ ਉੱਥੇ ਲਾ ਰਿਹਾ, ਕਾਂਗਰਸ ਉੱਥੇ ਲਾ ਰਹੀ ਹੈ, ਹੋਰ ਜਥੇਬੰਦੀਆਂ ਹੋਰ ਲਾ ਰਹੀਆਂ, ਕਿਉਂਕਿ ਹੋਰ ਜਥੇਬੰਦੀਆਂ ਦੇ ਵੀ ਟੈਗ ਹੈ, ਕੋਈ CPI CPM ਜਾਂ ਕੋਈ ਵੀ, ਉਹਨਾਂ ਦੇ ਵੀ ਟੈਗ ਹੈ, ਕਿਉਂਕਿ ਉਹਨਾਂ ਨੂੰ ਮੌਕਾ ਨਹੀਂ ਕਦੇ ਮਿਲਿਆ। ਇਸ ਕਰਕੇ ਹੁਣ ਉਹ ਆਪਣਾ ਬੋਲਣਾ ਸ਼ੁਰੂ ਹੋ ਗਿਆ, ਹਰੇਕ ਨੂੰ ਗਾਲ ਕੱਢਣੀ, ਹਰੇਕ ਨੂੰ ਨੁਕਸ ਕੱਢਣ ਲੱਗ ਗਏ। ਤੁਸੀਂ ਉਹ ਕੌਣ ਹੁੰਦੇ ਆ ਨੁਕਸ ਕੱਢਣ ਵਾਲੇ? ਪੰਜਾਬ ਨੇ ਸਵਾਲ ਸਾਡਾ ਇਹ ਕਿ ਜਿਵੇਂ ਹੁਣ ਅਕਾਲੀ ਦਲ ਤੇ ਹੋਰ ਸਰਕਾਰਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਮਤਾ ਲੈ ਕੇ ਆਉਣ ਵਿਧਾਨ ਸਭਾ ਦੇ ਵਿੱਚ ਤੇ ਮਤੇ ਰਾਹੀਂ ਰੱਦ ਕਰ ਦੇਣਾ ਇਹਨਾਂ ਕਾਨੂੰਨਾਂ ਨੂੰ। ਜਦੋਂ ਇਹ ਬਿੱਲ ਲੋਕ ਸਭਾ ਦੇ ਵਿੱਚ ਪੇਸ਼ ਹੋ ਗਏ, ਰਾਜ ਸਭਾ ਦੇ ਵਿੱਚ ਪੇਸ਼ ਹੋ ਗਏ, ਤੇ ਦੋਨੋਂ ਸਦਨਾਂ ਦੇ ਵਿੱਚੋਂ, ਉੱਪਰਲੇ ਤੇ ਹੇਠਲੇ ਸਦਨ ਵਿੱਚੋਂ ਜਦੋਂ ਦੋਨੋਂ ਇਹ ਬਿੱਲ ਪਾਸ ਹੋ ਕੇ ਕਾਨੂੰਨ ਬਣ ਗਏ, ਰਾਸ਼ਟਰਪਤੀ ਦੀ ਮੋਹਰ ਲੱਗ ਗਈ, ਕਿ ਫਿਰ ਸੂਬੇ ਕੋਲ ਇਹੋ ਜਿਹਾ ਕੋਈ ਅਧਿਕਾਰ ਹੈਗਾ ਕਿ ਉਹ ਰੱਦ ਕਰ ਸਕਦਾ, ਆਪਣੇ ਤੌਰ ਦੇ ਉੱਤੇ ਮਤਾ ਪਾ ਸਕਦਾ ਇਹਨਾਂ ਕਾਨੂੰਨਾਂ ਦੇ ਖਿਲਾਫ? ਸੂਬੇ ਕੋਲ ਸਟੇਟ ਕੋਲ ਕੋਈ ਰਾਈਟ ਹੈ, ਕੋਈ ਹੱਕ ਹੈ? ਸਰ ਤੁਹਾਨੂੰ ਸ਼ਾਇਦ ਪਤਾ ਹੋਊਗਾ ਕਿ GST ਬਿੱਲ ਅਪਣਾਇਆ ਸੀਗਾ, ਸਾਰੇ ਸਟੇਟਾਂ ਦਾ ਇੱਕ ਤਰ੍ਹਾਂ ਨਾਲ ਉਹਨਾਂ ਨੇ ਹੱਥ ਕੱਟ ਕੇ ਆਪਣੇ ਕੋਲ ਲੈ ਲਏ। ਸੈਲਫ ਸਫੀਸ਼ੀਐਂਟ ਜਿਹੜੀਆਂ ਸਟੇਟ ਸੀਗੀਆਂ ਉਹ ਹੁਣ GST ਤੇ ਮੁਕਰਰ ਹੋ ਗਈਆਂ, ਸੈਂਟਰ ਦੇ ਰਹਿਮੋ ਕਰਮ ਤੇ। ਕੀ ਤੁਹਾਡੇ ਕੋਲ ਇੰਨਾ ਫੰਡ ਹੈ ਵੀ ਤੁਸੀਂ ਕਿਸਾਨੀ ਦੀ ਸਾਰੀ ਉਪਜ ਸਾਡੀ ਲੈ ਲਓਗੇ? ਗੱਲਾਂ ਜੋ ਮਰਜ਼ੀ ਆਪਾਂ ਕਰ ਲਈਏ ਵਿਧਾਨ ਸਭਾ 'ਚ, ਸੁਜੈਸ਼ਨਸ ਦੇ ਦੇਣ ਜਿੰਨੇ ਮਰਜ਼ੀ, ਪੈਸਾ ਤਾਂ ਸੈਂਟਰ ਸਰਕਾਰ ਨਹੀਂ ਦੇਣਾ, ਆਪਾਂ ਗੱਲਾਂ ਕਰਨੀਆਂ ਹੀ ਨਹੀਂ। ਮੈਂ ਕਹਿੰਦਾ ਉਸ ਤੋਂ ਬਿਨਾਂ ਵੀ ਸੋਲੂਸ਼ਨ ਹੈ, ਉਸ ਤੋਂ ਬਿਨਾਂ ਵੀ ਸੋਲੂਸ਼ਨ ਹੈ। ਸ਼ਾਇਦ ਉਹ ਸੋਲੂਸ਼ਨ, ਮੇਰੇ ਖਿਆਲ ਸਾਡਾ ਕੋਈ ਕਿਸਾਨ ਨਾ ਸੁਸਾਈਡ ਕਰੇਗਾ, ਨਾ ਸਾਡਾ ਕਿਸਾਨ ਕਿਸੇ ਦੇ ਅੱਗੇ ਖੈਰਾਤ ਮੰਗੇਗਾ, ਠੀਕ ਹੈ ਨਾ ਜੀ। ਇੱਕ ਅਣਖ ਦੀ ਜ਼ਿੰਦਗੀ, ਜਿਹਨੂੰ ਪੰਜਾਬੀ 'ਚ ਕਹਿੰਦੇ ਆ ਵੀ ਅਣਖ ਦੀ ਜ਼ਿੰਦਗੀ। ਮੈਂ ਇਕੱਲੇ ਕਿਸਾਨ ਪੰਜਾਬ ਦੀ ਗੱਲ ਨਹੀਂ ਕਰ ਰਿਹਾ, ਮੈਂ ਸਾਰੇ ਮੁਲਕ ਦੇ ਕਿਸਾਨਾਂ ਦੀ ਗੱਲ ਕਰ ਰਿਹਾ। ਅੱਜ ਕਿਤੇ ਕਿਤੇ ਸਾਡੀਆਂ ਵੀ ਗਲਤੀਆਂ ਹਨ ਪੰਜਾਬ ਦੇ ਕਿਸਾਨ ਦੀਆਂ। ਤੁਹਾਨੂੰ ਯਾਦ ਹੋਊਗਾ 2018 'ਚ ਜਦੋਂ ਮਹਾਰਾਸ਼ਟਰ ਦੇ ਵਿੱਚ ਕਿਸਾਨ ਪੈਦਲ ਤੁਰ ਕੇ ਬੰਬੇ ਆਏ ਸੀ, ਠੀਕ ਹੈ ਜੀ, ਕਿਸੇ ਨੇ ਵੀ ਉਹਨਾਂ ਲਈ ਹਾਂ ਦਾ ਨਾਰਾ ਨਹੀਂ ਮਾਰਿਆ। ਇਹੀ ਪੰਜਾਬ, ਇਹੀ ਹਰਿਆਣਾ ਦਾ ਕਿਸਾਨ ਸੀ, ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ। ਇੱਕ ਜਦੋਂ ਵੀ ਸਾਊਥ ਸੰਘਰਸ਼ ਕਰਦਾ ਤਾਂ ਆਪਾਂ ਪੰਜਾਬ ਵਾਲੇ ਨਹੀਂ ਬੋਲਦੇ, ਜਦੋਂ ਫਿਰ ਪੰਜਾਬ ਸੰਘਰਸ਼ ਕਰ ਰਿਹਾ ਅੱਜ ਸਾਊਥ ਨਹੀਂ ਬੋਲ ਰਿਹਾ। ਇਹਦਾ ਰੀਜ਼ਨ ਹੈ ਕਿਉਂਕਿ ਸਾਨੂੰ ਰੋਟੀ ਕੱਪੜਾ ਮਕਾਨ ਤੱਕ ਸੀਮਤ ਕੀਤਾ ਗਿਆ। ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਊਗੀ, ਪਿਛਲੇ 1.5 ਮਹੀਨੇ 'ਚ ਹਰ ਕੋਈ ਲੀਡਰ ਬਣ ਗਿਆ। ਉਹਨੂੰ ਐਂ ਲੱਗਦਾ ਹੈ ਵੀ ਜੇ ਮੈਂ ਧਰਨੇ ਜਾ ਕੇ ਮਾਈਕ ਤੇ ਬੋਲੂੰਗਾ ਨਾ, ਮੈਂ ਸੋਚ ਕੀ ਹੈ ਸਭ ਦੀ, ਇੱਕ MLA ਦੀ ਟਿਕਟ ਜਾਂ ਆਪਣੇ ਆਲਾ ਕਮਾਨ ਨੂੰ ਓਬਲਾਈਜ਼ ਕਰਨਾ ਹੈ ਜਾਂ ਮੈਂ ਖੁਸ਼ ਕਰਨਾ, ਮੈਂ ਤਾਂ ਜੀ ਬੋਲਿਆ ਉੱਥੇ, ਮੇਰੇ ਨਾਲ ਤਾਂ ਜੀ ਇੰਨਾ ਮੁੰਡਾ ਤੁਰ ਰਿਹਾ, ਮੇਰੇ ਨਾਲ ਇੰਨਾ ਯੂਥ ਤੁਰ ਰਿਹਾ। ਸਰ ਇੰਨਾ ਯੂਥ ਜਿਹੜਾ ਲੈ ਕੇ ਤੁਰ ਰਹੇ ਹੋ ਤੁਸੀਂ, ਉਹ ਯੂਥ ਨੂੰ ਰਸਤਾ ਦਿਖਾਓ। ਮੈਂ ਸਿਰਫ ਤੁਹਾਡੇ ਰਾਹੀਂ ਇੱਕ ਗੱਲ ਇਹ ਸੁਸਾਇਟੀ ਨੂੰ ਪਹੁੰਚਾਉਣੀ ਚਾਹੁੰਦਾ ਹੈ, ਇਹ ਮੌਕਾ ਹੈ ਪੰਜਾਬ ਲਈ। ਪੋਲੀਟੀਕਲ ਸਾਰੀਆਂ ਰੰਜਿਸ਼ਾਂ, ਪਾਰਟੀਬਾਜ਼ੀ ਭੁੱਲ ਕੇ, ਹਾਂ 2022 ਜਿਹਨੂੰ ਮਰਜ਼ੀ ਵੋਟ ਪਾਉਣਾ, ਡਿਫਰੈਂਟ ਚੀਜ਼, ਪਰ ਅੱਜ ਆਪਣੇ ਘਰ ਨੂੰ ਬਚਾਉਣ ਲਈ, ਘਰ ਦੀ ਅੱਗ ਬਚਾਉਣ ਲਈ ਇੱਕ ਵਾਰੀ ਇਕੱਠੇ ਹੋ ਜਾਓ। ਉਹਦੇ ਲਈ ਸੋਲੂਸ਼ਨ ਕੀ ਹੈ? ਮੈਂ ਤੁਹਾਨੂੰ ਕਹਿੰਦਾ ਸਭ ਤੋਂ ਪਹਿਲਾਂ ਤਾਂ ਮੇਰੇ ਕੋਲ ਸੋਲੂਸ਼ਨ ਇੱਕੋ ਹੀ ਹੈ, ਸਾਨੂੰ ਕਿਸਾਨ ਕੋਆਪਰੇਟਿਵ ਗਰੁੱਪ ਬਣਾਉਣੇ ਪੈਣਗੇ। ਉਹਦੇ 'ਚ ਕੋਈ ਕਾਰਪੋਰੇਟ ਵਰਲਡ ਜਾਂ ਕੋਈ ਵੀ ਅਮੀਰ ਬੰਦਾ ਉਹਦੇ 'ਚ ਕੋਈ ਕੁਛ ਨਹੀਂ ਹੋਊਗਾ, ਉਹਦੇ 'ਚ ਕਿਸਾਨ ਹੀ ਹੋਣਗੇ। ਜਿਵੇਂ ਜ਼ਿਲ੍ਹੇ ਪਟਿਆਲੇ ਦਾ ਬਣ ਗਿਆ, ਜ਼ਿਲ੍ਹੇ ਪਟਿਆਲੇ ਦਾ ਸਾਰੀ ਉਪਜ ਵੀ ਉਹ ਖਰੀਦਣਗੇ, ਜਿਹੜੀ ਅੱਗੇ ਜਾ ਰਹੀ ਹੈ ਪ੍ਰੋਫਿਟ ਦੇ ਵਿੱਚ, ਜੋ ਉਹ ਵੀ ਉਹਦੇ 'ਚ ਡਿਵਾਈਡ ਹੋ ਜਾਊਗਾ। ਐਵੇਂ ਦੇ 2-3 ਸਟੈਪ ਹਨ। ਲੜਾਈ ਆਪਣੀ ਜਗ੍ਹਾ ਰੱਖਾਂਗੇ। ਜੇ ਸਾਡੀ ਲੜਾਈ ਉਹ ਬੰਦਿਆਂ ਨੂੰ ਹੈ ਵੀ ਜਿਨ੍ਹਾਂ ਕੋਲ ਸਰਮਾਇਆ ਬਹੁਤ ਹੈ, ਉਹਨਾਂ ਨੂੰ ਹੀ ਸਮਾਨ ਦੇਣਾ, ਫਿਰ ਸਾਡੀਆਂ ਕੰਡੀਸ਼ਨਾਂ 'ਤੇ ਜਾਊਗਾ। ਸਾਨੂੰ ਲੋੜ ਹੀ ਨਹੀਂ MSP ਦੀ, ਸਾਨੂੰ ਲੋੜ ਹੀ ਨਹੀਂ ਕਿਸੇ ਚੀਜ਼ ਦੀ।
ਫਿਰ ਤਾਂ MSP ਵੀ ਅਸੀਂ ਮੁਕਰਰ ਕਰਾਂਗੇ। ਇਸ ਸਾਲ ਦਾ ਰੇਟ ਇਹ ਹੈ ਜੀ, ਇਸ ਸਾਲ ਦਾ ਰੇਟ ਇਹ ਹੈ। ਜਿਵੇਂ ਸੋਨਾ ਫਲਕਚੁਏਟ ਕਰਦਾ ਹੈ, ਤੇਲ ਫਲਕਚੁਏਟ ਕਰਦਾ ਹੈ, ਹਰੇਕ ਚੀਜ਼ ਫਲਕਚੁਏਟ ਕਰ ਰਹੀ ਹੈ। ਜੇ ਪਿਆਜ਼ ਵੀ ਲੈ ਲਓ ਫਲਕਚੁਏਟ ਕਰਦਾ ਨਾ, ਫਿਰ ਸਾਡੀਆਂ ਫਸਲਾਂ ਕਿਉਂ ਨਹੀਂ ਕਰ ਰਹੀਆਂ ਫਲਕਚੁਏਟ? ਜਦੋਂ ਅਸੀਂ ਮਹਿੰਗੀ ਵੇਚਾਂਗੇ, ਜਦੋਂ ਸਾਨੂੰ ਪਤਾ ਵੀ ਸਾਡੇ ਤੇ ਐਤਕੀ ਪੰਜਾਬ ਦੇ ਵਿੱਚ ਪਾਣੀ ਜਾਂ ਕਿਤੇ ਵੀ ਕੋਈ ਔਖ ਸੌਖ ਹੋਗੀ, ਅਸੀਂ ਰੇਟ ਵਧਾਵਾਂਗੇ। ਮਤਲਬ ਇੱਕ ਆਪਣਾ ਆਪ ਸਾਨੂੰ ਕ੍ਰੀਏਟ ਕਰਨਾ ਪਊਗਾ। ਕੋਈ ਇਹੋ ਜਿਹਾ ਸਵਾਲ ਜੋ ਸਾਡੇ ਪੁੱਛਣ ਤੋਂ ਰਹਿ ਗਿਆ ਹੋਵੇ, ਤੁਸੀਂ ਕਹਿਣਾ ਚਾਹੁੰਦੇ ਹੋ? ਸਰ ਮੇਰੀ ਇੱਕੋ ਹੀ ਗੁਜ਼ਾਰਿਸ਼ ਹੈ ਕਿਸਾਨਾਂ ਨੂੰ ਵੀ ਕਿਸਾਨ ਇਕੱਠੇ ਹੋ ਜਾਓ। ਸਾਨੂੰ ਨਹੀਂ ਲੋੜ, ਕਲਾਕਾਰ ਸਾਡੇ ਨਾਲ ਤੁਰਨ, ਜੀ ਸਦਕੇ ਤੁਰਨ, ਪਰ ਕਲਾਕਾਰ ਕਲਾਕਾਰੀ ਬਣ ਕੇ ਰਹਿਣ, ਸਾਡਾ ਪਾਗਲ ਨਾ ਬਣਾਉਣ। ਉੱਚੀ ਬੋਲਣਾ ਸਾਨੂੰ ਵੀ ਆਉਂਦਾ ਹੈ, ਠੀਕ ਹੈ ਨਾ, ਮਾਈਕ ਦੇ ਉੱਤੇ ਉੱਚੀ ਬੋਲਣਾ ਸਾਨੂੰ ਵੀ ਆਉਂਦਾ। ਕਿਸਾਨ ਨੂੰ ਕਿਸੇ ਨੂੰ ਵੀ ਵਿੱਚੋਂ ਬੁਲਾ ਕੇ ਖੜਾ ਕਰ ਲਓ। ਤੁਸੀਂ ਕਿਹਾ ਪਾਗਲ ਕਲਾਕਾਰ ਕਿਵੇਂ ਬਣਾ ਰਹੇ ਨੇ? ਪਾਗਲ ਕਲਾਕਾਰ ਕਿਵੇਂ ਨਹੀਂ ਬਣਾ ਰਹੇ? ਸਾਡਾ ਮੁੱਦਾ, ਮੈਨੂੰ ਇਹ ਕਲਾਕਾਰ ਅੱਜ ਤੱਕ ਕਿਤੇ ਇਹਨਾਂ ਨੇ ਮਾਈਕ ਇਹਨਾਂ ਨੇ ਸਾਂਭ ਲਏ, ਸਟੇਜਾਂ ਇਹਨਾਂ ਨੇ ਸਾਂਭ ਲਈਆਂ, ਕਿਸਾਨ ਥੱਲੇ ਬੈਠਾ ਹੈ ਤੇ ਇਹ ਕਹਿ ਰਹੇ ਬੈਠੋ ਬਈ ਬੈਠੋ, ਮੈਂ ਬੋਲਣਾ ਹੈ। ਤੁਸੀਂ ਕਿਵੇਂ ਬੋਲੋਗੇ ਸਰ? ਤੁਹਾਡੀ ਕੀ ਉਨੀ ਨੌਲੇਜ ਹੈ? ਸਾਨੂੰ ਸਿਰਫ ਕੋਈ ਇੱਕ ਵਰਡ ਸਟੇਜ ਦੇ ਉੱਤੋਂ ਹੀ ਮੈਂ ਪੁੱਛਦਾ, ਕੋਈ ਵੀ ਇੱਕ ਵਰਡ ਪੁੱਛੂੰਗਾ, ਉਹਨਾਂ ਕੋਲ ਸਾਨੂੰ ਡਿਫਾਈਨ ਕਰ ਦਿਓ ਇਹਨੂੰ। ਪਾਗਲ ਬਣਾਉਣ ਦਾ ਕਾਰਨ ਕੀ ਹੁੰਦਾ ਹੈ? ਮੈਂ ਤੁਹਾਨੂੰ ਕਹਾਂ ਵੀ ਪੇਪਰ ਹੈ, ਆਪਣੇ ਐਗਜ਼ਾਮਸ ਹੈ, ਤਿਆਰੀ ਕਰ ਲਓ। ਚੱਕਦੇ ਨੇ ਫੱਟੇ ਉੱਤੇ ਨਕਲ ਵੀ ਹੋਊਗੀ, ਆਪਾਂ ਚੱਕਦੇ ਨੇ ਫੱਟੇ, ਤੁਸੀਂ ਘਬਰਾਉਣਾ ਨਹੀਂ, ਤੁਹਾਨੂੰ ਮੈਂ ਪਾਸ ਕਰਾ ਦੂੰਗਾ, ਇਹ ਕਰ ਦੂੰਗਾ। ਸਰ ਜਦੋਂ ਤੁਹਾਨੂੰ ਇਹ ਨਹੀਂ ਮੈਂ ਦੱਸ ਰਿਹਾ ਪੇਪਰ ਹੈ ਕਿਸ ਗੱਲ ਦਾ, ਇੰਗਲਿਸ਼ ਦਾ, ਪੰਜਾਬੀ ਦਾ, ਕਿਹੜੇ ਸਬਜੈਕਟ ਦਾ ਪੇਪਰ ਹੈ? ਸੇਮ ਅੱਜ ਦੀ ਡੇਟ ਦੇ ਵਿੱਚ ਕਿਸਾਨੀ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਬਿੱਲ ਨੇ ਤਾਂ ਜਿਹੜਾ ਕਾਲਾ ਦੌਰ ਲਿਆਇਆ ਹੈ, ਆ ਜਥੇਬੰਦੀਆਂ, ਇਹ ਲੀਡਰਸ ਸ਼ਾਇਦ ਉਸ ਤੋਂ ਹੀ ਵਰਸ ਸਿਚੁਏਸ਼ਨ ਕ੍ਰੀਏਟ ਕਰ ਰਹੇ। ਕਿਉਂ? ਇੱਕ ਦਿਨ ਕੀ ਹੋਗਾ, ਕੁੱਕਰ ਦੀ ਸੀਟੀ ਵੱਜ ਗਈ, ਸਾਰੇ ਠੰਡੇ ਹੋ ਕੇ ਬੈਠ ਜਾਣਗੇ, ਯਾਰ ਇੰਨਾ ਰੌਲਾ ਪਿਆ ਸੀ ਤਾਂ ਨਹੀਂ ਕੁਝ ਹੋਇਆ, ਸੈਂਟ ਨਹੀਂ ਕਿਸੇ ਦੀ ਸੁਣਦਾ। ਇਹ ਨਹੀਂ, ਇਹ ਸੋਲੂਸ਼ਨ ਤਾਂ ਨਹੀਂ ਹੈ ਨਾ। ਸੋਲੂਸ਼ਨ ਪਹਿਲਾਂ ਹਰੇਕ ਕਿਸਾਨ ਨੂੰ, ਹਰੇਕ ਯੂਥ ਨੂੰ, ਜਿਹੜਾ 10 ਸਾਲ ਦਾ ਵੀ ਹੈ ਬੱਚਾ, ਜਿਹੜਾ 15 ਸਾਲ ਦਾ ਵੀ ਬੱਚਾ, ਜਿਹੜਾ 25 ਸਾਲ ਦਾ ਵੀ ਬੱਚਾ ਹੈ, ਘਰ ਘਰ ਤੱਕ ਪਹਿਲਾਂ ਤਾਂ ਇਹ ਦੱਸਣਾ ਪਊਗਾ ਵੀ ਇਹਦਾ ਨੁਕਸਾਨ ਕੀ ਹੈ, ਆਉਣ ਵਾਲੇ ਸਮੇਂ ਸਾਡਾ ਕੀ ਨੁਕਸਾਨ ਹੈ। ਧੰਨਵਾਦ ਕਿਪ ਸਾਹਿਬ, ਤੁਸੀਂ ਬਣੇ ਹੋਏ ਸੀ ਸਾਡੇ ਨਾਲ ਚੈਨਲ ਪੰਜਾਬੀ ਗਲੋਬਲ ਪੰਜਾਬ ਤੇ। ਬਹੁਤ ਬਹੁਤ ਸ਼ੁਕਰੀਆ ਗਲੋਬਲ ਪੰਜਾਬ ਨੂੰ ਵੀ ਤੇ ਉਹਦੇ ਸਾਰੇ ਸਰੋਤਿਆਂ ਨੂੰ ਵੀ। ਮੈਂ ਬਾਰ-ਬਾਰ ਇੱਕੋ ਚੀਜ਼, ਮੈਂ ਇਹ ਗੱਲ ਸਟੇਜ ਤੋਂ ਵੀ ਕਹਿਣਾ ਹੈ, ਮੈਂ ਹਰੇਕ ਨੂੰ ਵੀ ਆਪਾਂ ਰਾਜਨੀਤੀ ਦਿਮਾਗ 'ਚੋਂ ਕੱਢ ਕੇ ਇਸ ਵੇਲੇ ਆਪਣੀ ਪੱਗ ਬਚਾਉਣ ਵਾਲੇ ਪਾਸੇ ਤੁਰੀਏ। ਤੇ ਹਰੇਕ ਨੂੰ ਮੇਰੀ ਗੁਜ਼ਾਰਿਸ਼ ਹੈ ਵੀ ਆਪਾਂ ਲੋਕ, ਕਿਸਾਨੀ ਇੱਕ ਟਾਈਮ ਪਾਸ ਨਹੀਂ ਹੈ, ਇੱਕ ਸਾਈਡ ਬਿਜ਼ਨਸ ਨਹੀਂ ਹੈ, ਕਿਸਾਨੀ ਇੱਕ ਸਾਡੀ ਹੋਂਦ ਹੈ। ਇਹ ਹੋਂਦ ਨੂੰ ਬਚਾਉਣ ਲਈ ਆਪਾਂ ਨੂੰ ਇਕੱਠੇ ਹੋਣਾ ਪਏਗਾ। ਥੈਂਕ ਯੂ ਵੈਰੀ ਮਚ। ਇਹ ਸਨ ਸਾਡੇ ਨਾਲ ਐਡਵੋਕੇਟ KP ਸਿੰਘ, ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਸੰਘਰਸ਼ ਕਰਨੇ ਜ਼ਰੂਰੀ ਨੇ, ਬਣਦੇ ਵੀ ਨੇ, ਪਰ ਕਿਤੇ ਨਾ ਕਿਤੇ ਤਕਨੀਕੀ ਪੱਖਾਂ ਤੋਂ ਸਾਨੂੰ ਕਿਸਾਨਾਂ ਨੂੰ ਸਮਝਾਉਣਾ ਚਾਹੀਦਾ ਕਿ ਇਹਨਾਂ ਸੰਘਰਸ਼ਾਂ ਦੇ ਵਿੱਚ ਇੱਕ ਜਾਨ ਫੂਕਣ ਦੇ ਲਈ ਨੌਲੇਜ ਬੜੀ ਜ਼ਰੂਰੀ ਹੈ ਕਿ ਸਾਡੇ ਮਸਲੇ ਕਿਵੇਂ ਹੱਲ ਹੋਣ। ਤੁਸੀਂ ਬਣੇ ਰਹੋ ਸਾਡੇ ਨਾਲ ਚੈਨਲ ਪੰਜਾਬੀ ਗਲੋਬਲ ਪੰਜਾਬ ਦੇ। ਸ਼ੁਕਰੀਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।